Hello, welcome Kulreet and Ekampreet first of all. ਥੈਂਕ ਯੂ ਸਰ। ਥੈਂਕ ਯੂ ਸਰ। ਸੋ ਤੁਸੀਂ 2 ਸਮੈਸਟਰਸ ਕੰਪਲੀਟ ਕਰ ਲਏ ਨੇ PAU ਦੇ ਵਿੱਚ। ਕਿਹੜੇ ਕੋਰਸ ਦੇ ਵਿੱਚੋਂ ਪ੍ਰੈਜ਼ੈਂਟਲੀ ਤੁਸੀਂ? ਮੈਂ BSc ਐਗਰੀਕਲਚਰ ਚ ਹਾਂ, ਸੈਕਿੰਡ ਸਮੈਸਟਰ ਮੇਰਾ ਚੱਲ ਰਿਹਾ ਬਸ। ਠੀਕ ਹੈ ਸਰ ਮੈਂ BSc ਹਾਰਟੀਕਲਚਰ ਚ ਹਾਂ, ਸੈਕਿੰਡ ਸਮੈਸਟਰ ਵਿੱਚ। ਠੀਕ ਹੈ, ਤਾਂ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ? ਸਭ ਤੋਂ ਪਹਿਲਾਂ ਤਾਂ 2 ਸਮੈਸਟਰਸ ਦਾ, ਮਤਲਬ ਯੂਨੀਵਰਸਿਟੀ ਜੁਆਇਨ ਕਰਨ ਦੇ ਲਈ ਬੱਚੇ ਦੇ ਮਨ ਦੇ ਵਿੱਚ ਬਹੁਤ ਸਾਰੇ ਡ੍ਰੀਮਸ ਹੁੰਦੇ ਨੇ ਕਿ ਇੱਦਾਂ ਹੋਊਗਾ ਉੱਦਾਂ ਹੋਊਗਾ। ਤੁਸੀਂ 2 ਸਾਲ ਦਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਹਾਰਟੀਕਲਚਰ ਦਾ ਵੀ ਤੇ ਐਗਰੀਕਲਚਰ ਦਾ। ਪਹਿਲਾਂ ਸਰ ਇਹੀ ਆ ਵੀ ਜਦੋਂ ਮਤਲਬ ਘਰੋਂ ਆਉਂਦਾ ਸੀ ਪੂਰਾ ਚਾਅ ਸੀਗਾ ਵੀ ਜਾਵਾਂਗੇ ਯੂਨੀਵਰਸਿਟੀ 'ਚ, ਅਤੇ ਉੱਥੋਂ ਦਾ ਮਤਲਬ ਐਟਮੋਸਫੇਅਰ ਐਂ ਲੱਗਦਾ ਸੀ, ਚੰਗਾ ਜਿਹਾ ਲੱਗਦਾ ਸੀ ਵੀ ਬਹੁਤ ਕੁਛ ਹੋਊਗਾ, ਵੇਖਾਂਗੇ ਸਾਰਾ ਕੁਛ, ਲੋਕ ਬਹੁਤ ਤਰ੍ਹਾਂ ਦੇ ਲੋਕ ਮਿਲਣਗੇ, ਰਹਿਣਾ ਸਹਿਣਾ ਆਪਦਾ ਸਾਰਾ ਮੈਨੇਜਮੈਂਟ ਸਾਰਾ ਕੁਛ ਆਪ ਕਰਾਂਗੇ। ਅਤੇ ਇੱਕ ਤਾਂ ਸਰ ਸਾਡਾ ਸਮੈਸਟਰ ਹੀ ਲੇਟ ਸ਼ੁਰੂ ਹੋਇਆ ਆਫਲਾਈਨ, ਕਈ ਚਾਅ ਦਾ ਸੀ ਔਨਲਾਈਨ ਹੀ ਕਰਦੇ ਵੀ ਚਲੋ ਆਉਣਗੇ। ਫਿਰ ਜਦੋਂ ਆਏ ਸਰ ਉਦੋਂ ਮਤਲਬ ਇੱਥੋਂ ਹੋਸਟਲ ਵਗੈਰਾ ਇੱਥੋਂ ਦੇ ਅੱਛੇ ਮਿਲੇ ਸਾਨੂੰ। ਪਹਿਲਾਂ ਤਾਂ ਕਿਹਾ ਤਾਂ ਇਹੀ ਜਾਂਦਾ ਵੀ ਪਹਿਲੇ ਹਿਸਾਬ ਤਾਂ ਅੱਛੇ ਮਿਲਦੇ ਆ, ਗਾਂ ਵੇਖੋ, ਪਰ ਹਜੇ ਤੱਕ ਸਾਨੂੰ ਵਧੀਆ ਮਿਲੇ ਆ। ਅਤੇ ਬਾਕੀ ਐਟਮੋਸਫੇਅਰ ਯੂਨੀਵਰਸਿਟੀ ਦਾ ਬਹੁਤ ਵਧੀਆ ਹੈ, ਮੌਸਮ ਦਾ ਇੱਕ ਤਾਂ ਬਹੁਤ ਜ਼ਿਆਦਾ ਦਰੱਖਤ ਵਗੈਰਾ, ਅਤੇ ਅੰਦਰ ਜਿਵੇਂ ਇਹਨਾਂ ਦੇ ਉੱਥੇ ਜਿਹੜੇ ਸਵੀਪਰ ਵਗੈਰਾ ਜਾਂ ਸਾਰਾ ਕੁਛ ਲੱਗੇ, ਰੋਜ਼ ਸਾਫ ਸਫਾਈ ਵਗੈਰਾ ਹੁੰਦੀ ਸਾਰੀ ਯੂਨੀਵਰਸਿਟੀ ਦੀ, ਤਾਂ ਉਹਦੇ ਨਾਲ ਐਟਮੋਸਫੇਅਰ ਵਧੀਆ ਠੰਡਾ ਰਹਿੰਦਾ ਬਾਹਰ ਦੇ ਕੰਪੈਰੀਜ਼ਨ ਜੇ ਆਪਾਂ ਲੁਧਿਆਣੇ ਸ਼ਹਿਰ ਦੀ ਗੱਲ ਕਰੀਏ। ਬਾਕੀ ਜਦੋਂ ਬੰਦਾ ਬਾਹਰ ਜਾਂਦਾ ਬਹੁਤ ਲੋਕਾਂ ਨੂੰ ਮਿਲਦਾ, ਉਵੇਂ ਬੰਦੇ ਨੂੰ ਰਹਿਣ ਸਹਿਣ ਦਾ ਬਹੁਤ ਵਧੀਆ ਪਤਾ ਲੱਗਦਾ, ਜਾਂ ਮੈਨੇਜਮੈਂਟ ਸਾਰੀ ਆਪਦੀ ਆਪ ਕਰੀ ਦੀ ਹੈ। ਬਾਕੀ ਇੱਥੋਂ ਦਾ ਹੋਰ ਵੀ ਜਿਵੇਂ ਸਾਰਾ ਕੁਛ ਹੀ ਹੈ, ਕਲਚਰਲ ਐਕਟੀਵਿਟੀਜ਼ ਵਗੈਰਾ ਸਾਰਾ ਕੁਛ, ਜੇ ਆਪਾਂ ਪਾਰਟੀਸਪੇਟ ਕਰਨਾ ਚਾਹੀਏ ਤਾਂ ਇੱਥੇ ਚੰਗਾ ਹੈ, ਟੀਚਰਸ ਵਗੈਰਾ ਵਧੀਆ ਗਾਈਡ ਕਰਦੇ ਆ। NSO ਵਗੈਰਾ ਸਪੋਰਟਸ ਜੇ ਮੰਨ ਲਓ ਕਿਸੇ ਦਾ ਵਧੀਆ ਜੀਅ ਕਰਦਾ ਤਾਂ ਇੱਕ NSO NCC ਅਤੇ NSS ਤਿੰਨਾਂ 'ਚੋਂ ਇੱਕ ਚੂਜ਼ ਕਰਨਾ ਹੁੰਦਾ, ਜਿਹਦਾ ਸਪੋਰਟਸ ਹੈ ਜਾਂ ਆਰਮੀ ਹੈ ਜਾਂ NSS ਹੁੰਦਾ ਵੀ ਇਹ ਸਵੱਛ ਭਾਰਤ ਅਭਿਆਨ, ਇਹਦੇ ਬੇਸ 'ਤੇ ਹੁੰਦਾ ਇਹ, ਜਿਨ੍ਹਾਂ 'ਚੋਂ ਵਧੀਆ ਚੀਜ਼ ਲੱਗੇ ਉਹ ਕਰ ਸਕਦਾ। ਅਤੇ ਬਾਕੀ ਯੂਨੀਵਰਸਿਟੀ 'ਚ ਆ ਕੇ ਕੁੱਲ ਲਾ ਕੇ ਕਹਿ ਸਕਦੇ ਹਾਂ ਬਹੁਤ ਵਧੀਆ ਲੱਗਿਆ। ਚਲੋ ਬਾਕੀ ਸਾਰਾ ਕੁਝ ਤਾਂ ਦੱਸਦਾ, ਪੜ੍ਹਾਈ ਵਗੈਰਾ ਬਾਰੇ ਨਹੀਂ ਦੱਸਿਆ। ਪੜ੍ਹਾਈ ਕਿੱਦਾਂ ਦੀ ਰਹੀ, ਕਿੱਦਾਂ ਦੀ ਲਰਨਿੰਗ ਐਕਸਪੀਰੀਅੰਸ ਹੈ ਤੁਹਾਡਾ? ਸਰ ਹੁਣ ਸਾਨੂੰ 2 ਕੁ ਮਹੀਨੇ ਹੋਏ ਆ ਇਹਨੂੰ। ਸਰ ਜਿਵੇਂ ਕਲਾਸਿਸ ਵਧੀਆ ਲੱਗਦੀਆਂ, ਮਤਲਬ ਸਾਰੇ ਟੀਚਰਸ ਟਾਈਮ ਟੂ ਟਾਈਮ ਲੈਂਦੇ ਆ ਕਲਾਸਿਸ। ਕਦੇ ਹੀ ਹੋਇਆ ਜਿਵੇਂ ਕੋਈ ਬਿਜ਼ੀ ਹੋਵੇ ਟੀਚਰ ਜਾਂ ਕਿਤੇ ਡਿਊਟੀ ਲੱਗੀ ਹੋਵੇ ਤਾਂ ਕਹਿ ਦਿੰਦੇ ਆ ਮੈਸੇਜ ਕਰਕੇ ਕਿ ਅੱਜ ਨਹੀਂ ਲਾ ਸਕਦੇ। ਹੁਣ ਸਰ ਜ਼ਿਆਦਾਤਰ ਤਾਂ ਸਾਡੇ ਵਧੀਆ ਪ੍ਰੈਕਟੀਕਲ ਵੀ ਲੱਗਦੇ ਆ ਹੁਣ ਤੱਕ, ਅਤੇ ਥਿਊਰੀ ਕਲਾਸਿਸ ਵੀ ਲੱਗਦੀਆਂ ਆ ਹਾਰਟੀਕਲਚਰ 'ਚ ਨਾ। ਹਾਂਜੀ ਸਰ। ਤੇ ਐਗਰੀਕਲਚਰ 'ਚ ਵੀ ਕੁਝ ਕਲਾਸਿਸ ਇੱਦਾਂ ਮਿਸ ਹੁੰਦੀਆਂ ਜਿਵੇਂ ਦੱਸ ਰਹੇ ਨੇ ਕਿ ਮੋਸਟਲੀ ਲੱਗਦੀਆਂ ਨੇ? ਮੋਸਟਲੀ ਲੱਗਦੀਆਂ ਨੇ ਸਰ ਐਗਰੀਕਲਚਰ 'ਚ ਤਾਂ, ਅਤੇ ਪ੍ਰੈਕਟੀਕਲ ਵਗੈਰਾ ਵਧੀਆ ਕੰਮ ਹੈ ਇੱਥੇ। ਪ੍ਰੈਕਟੀਕਲ ਨੌਲੇਜ ਕਿੱਦਾਂ ਦੀ ਰਹੀ ਤੁਹਾਡੀ ਐਗਰੀਕਲਚਰ 'ਚ ਵੀ ਤੇ ਹਾਰਟੀਕਲਚਰ 'ਚ ਵੀ? ਸਰ ਪ੍ਰੈਕਟੀਕਲ ਨੌਲੇਜ ਸਾਡੇ ਜਿਵੇਂ ਕੁਛ ਕੁ ਕੋਰਸ ਹੀ ਆ ਪ੍ਰੈਕਟੀਕਲ, ਬਾਕੀ ਜਿਵੇਂ ਜ਼ਿਆਦਾਤਰ ਸਾਨੂੰ ਥਿਊਰੀ ਆ, ਪ੍ਰੈਕਟੀਕਲ ਕੁਛ ਕੁ ਕੋਰਸ ਹੀ ਆ ਉਹ ਸਰ, ਜਿਵੇਂ ਫਲੋਰੀ ਹੋ ਗਿਆ, ਹੌਟੀ ਹੋ ਗਿਆ, ਪਲਾਂਟ ਪੈਥੋ ਹੋ ਗਿਆ। ਇਹ ਤਾਂ ਸਰ ਵਧੀਆ, ਜਿਵੇਂ ਪ੍ਰੈਕਟੀਕਲ ਨੌਲੇਜ ਤੋਂ ਵਧੀਆ ਸਮਝ ਲੱਗਦੀ ਆ। ਪਹਿਲੇ ਸਮੈਸਟਰ 'ਚ ਕਿੰਨੇ ਸਬਜੈਕਟ ਸੀ? ਪਹਿਲੇ ਸਮੈਸਟਰ ਵਿੱਚ ਸਰ 8 ਸੀਗੀ, 8-9। ਉਹਦੇ 'ਚੋਂ ਸਭ ਤੋਂ ਔਖਾ ਕਿਹੜਾ ਲੱਗਿਆ? ਸਰ ਉਹਦੇ ਵਿੱਚੋਂ ਮਾਈਕਰੋਬਾਇਓਲੋਜੀ। ਅੱਛਾ, ਦੂਜੇ ਸਮੈਸਟਰ 'ਚ ਕਿੰਨੇ ਨੇ? ਸਰ ਇਹਦੇ 'ਚ ਹੈਗੇ 9। ਇਹਦੇ 'ਚੋਂ ਕਿਹੜਾ ਔਖਾ ਲੱਗਿਆ? ਸਰ ਇਹਦੇ 'ਚੋਂ ਪਲਾਂਟ ਪੈਥੋ। ਠੀਕ ਹੈ, ਤੁਹਾਡੇ ਪਹਿਲੇ ਸਮੈਸਟਰ 'ਚ ਕਿੰਨੇ ਸੀ? ਮੇਰੇ 10 ਸੀਗੇ ਸਰ NSO ਨੇ। ਔਖਾ ਕਿਹੜਾ ਸੀ? ਉਹਦੀ ਬਾਇਓਕੈਮਿਸਟਰੀ ਔਖੀ ਸੀ ਕਿਉਂਕਿ ਉਹ ਸਾਰੀ ਰੱਟਾਬਾਜ਼ੀ ਹੁੰਦੀ ਹੈ। ਤੇ ਦੂਜੇ 'ਚ ਕਿਹੜਾ ਔਖਾ ਲੱਗਿਆ ਤੇ ਕਿੰਨੇ ਸੀ? ਦੂਜੇ ਸਰ 11 ਸੀ NSO ਨੇ, ਅਤੇ ਦੂਜੇ 'ਚ ਔਖਾ ਤਾਂ ਨਹੀਂ ਕਹਿ ਸਕਦੇ ਕਿ ਮਤਲਬ ਰੱਟਾਬਾਜ਼ੀ ਇਹਦੇ 'ਚ ਵੀ ਹੈਗੀ ਆ, ਪਰ ਹੁਣ ਥੋੜ੍ਹੀ ਸਮਝ ਕੇ ਰਿਹਾ। ਜਿਵੇਂ ਕੁਛ ਕੁ ਆਪਾਂ ਉਹ ਕਹਿ ਸਕਦੇ ਹਾਂ ਵੀ ਜਿਹੜੇ 1+1 ਕੋਰਸ ਹੁੰਦੇ ਸੌਖੇ, ਉਹ ਕਈ ਵਾਰੀ ਉਲਝਾ ਜਾਂਦੇ ਕਿਉਂਕਿ ਉਹ ਸਾਰਾ ਉਹਨਾਂ ਦਾ ਸਿਲੇਬਸ ਜ਼ਿਆਦਾ ਹੁੰਦਾ, ਅਤੇ ਉਹ ਫਿਲਪਸ ਵਗੈਰਾ ਆਉਂਦੀਆਂ ਉਹਨਾਂ 'ਚ, ਉਹ ਕਈ ਵਾਰੀ ਨਹੀਂ ਪਤਾ ਹੁੰਦੀਆਂ। ਔਖਾ ਤਾਂ ਨਹੀਂ ਦੂਜੇ 'ਚ ਬਾਹਰ ਲੱਗਿਆ, ਪੜ੍ਹਨ ਵਾਲਾ ਹੈ। ਜੇ ਆਪਾਂ ਨਹੀਂ ਪੜ੍ਹਦੇ ਫਿਰ ਤਾਂ ਸਾਰੇ ਔਖੇ ਆ। ਠੀਕ ਹੈ, ਤੁਹਾਡਾ ਪਹਿਲਾ ਸਮੈਸਟਰ ਆਨਲਾਈਨ ਵੀ ਰਿਹਾ, ਦੂਸਰੇ 'ਚ ਆਫਲਾਈਨ ਹੋਇਆ ਕਿ ਪਹਿਲੇ 'ਚ ਆਫਲਾਈਨ ਹੋਈ ਸੀ? ਦੂਸਰੇ ਆਫਲਾਈਨ। ਆਨਲਾਈਨ ਵਧੀਆ ਸੀ ਕਲਾਸਾਂ ਕਿ ਆਫਲਾਈਨ ਵਧੀਆ ਸੀ? ਆਫਲਾਈਨ ਸਰ। ਪ੍ਰੈਕਟੀਕਲ ਦਾ ਜਿਵੇਂ ਹੁਣ ਪ੍ਰੈਕਟੀਕਲ ਕਲਾਸ ਵਿੱਚ ਤਾਂ ਫਿਰ ਆਨਲਾਈਨ ਤਾਂ ਲੱਗਦੀਆਂ ਹੀ ਨਹੀਂ ਸੀਗੀਆਂ। ਆਨਲਾਈਨ ਤਾਂ ਸਰ ਉਹੀ ਸੀਗਾ ਵੀ ਸਵੇਰੇ ਕਹਿ ਦਿੰਦੇ ਸੀ ਟੀਚਰ 10 ਵਜੇ ਕਲਾਸ ਲੱਗੂ, 10 ਵਜੇ ਕਹਿ ਦਿੰਦੇ ਸੀ 2 ਵਜੇ, ਆਏ ਕਰਦੇ। ਕਈ ਵਾਰੀ ਰਾਤ ਨੂੰ 8-8 ਵਜੇ ਵੀ ਕਲਾਸਾਂ ਲਾਉਂਦੇ ਸੀ, ਪੱਕਾ ਟਾਈਮ ਹੈ ਨਹੀਂ ਸੀ। ਆਨਲਾਈਨ ਤਾਂ ਇਹ ਸੀਗਾ ਵੀ ਬਸ ਸਾਰੀ ਦਿਹਾੜੀ ਫੋਨ ਕੋਲੇ ਬੈਠੇ ਰਹੋ, ਕੋਈ ਪਤਾ ਨਹੀਂ ਕਦੋਂ ਕਲਾਸ ਲੱਗਣੀ।
ਟਾਈਮ ਵੇਸਟ ਸੀਗਾ ਸਰ ਉਦੋਂ ਦਾ ਮੇਰੇ ਹਿਸਾਬ 'ਚ। ਠੀਕ ਹੈ, ਹੋਰ ਦੱਸੋ ਫਿਰ ਯੂਨੀਵਰਸਿਟੀ ਦਾ ਕੋਈ ਐਕਸਪੀਰੀਅੰਸ, ਕਿੱਦਾਂ ਦੇ ਫਰੈਂਡ ਕਰਾਊਡ, ਕਿੱਦਾਂ ਦਾ ਸਾਰਾ ਕੁਝ, ਘੁੰਮਣਾ ਫਿਰਨਾ, ਪੜ੍ਹਾਈ, ਹੋਸਟਲ ਲਾਈਫ ਕਿੱਦਾਂ ਦੀ ਹੈ? ਹੋਸਟਲ ਲਾਈਫ ਸਰ ਬਹੁਤ ਵਧੀਆ ਹੈ। ਜਿਵੇਂ ਸਾਰੇ ਡਿਪਾਰਟਮੈਂਟ ਹੁਣ ਤਾਂ ਜਿਵੇਂ ਸਾਨੂੰ ਫਸਟ ਸਮੈਸਟਰ ਵਿੱਚ ਤਾਂ ਜਿਵੇਂ ਸਾਰੇ ਡਿਪਾਰਟਮੈਂਟਾਂ ਦੇ ਇੱਕੋ ਹੋਸਟਲ ਮਿਲਿਆ ਹੋਇਆ, ਹੋਸਟਲ ਨੰਬਰ 13। ਸਰ ਉਹ ਕਮਰੇ ਵੀ ਵਧੀਆ ਹੈ, ਜਿਵੇਂ ਅਟੈਚਡ ਬਾਥਰੂਮ ਆ ਹਰੇਕ ਕਮਰੇ ਨਾਲ, ਵਹੀਕਲ ਵੀ ਸਰ ਕੋਲ ਹੀ ਮਤਲਬ ਆਪਾਂ ਖੜਾ ਸਕਦੇ ਹਾਂ। ਕੰਟੀਨ ਮੈਸ ਦਾ ਖਾਣਾ ਵੀ ਬਹੁਤ ਵਧੀਆ ਹੈ। ਗੱਡੀ ਗੁੱਡੀ ਰੱਖ ਸਕਦਾ ਬੰਦਾ ਫਿਰ ਹੋਸਟਲ 'ਚ? ਨਹੀਂ Sir, ਸਰ ਗੱਡੀ ਗੱਡੀ ਨਹੀਂ allowed ਹੈ। ਲਾਉਡ। ਠੀਕ ਹੈ, ਤੇ ਸਾਫ ਸਫਾਈ ਹੋਸਟਲ ਠੀਕ ਰਹਿੰਦੀ ਹੈ? ਹਾਂਜੀ ਸਰ, ਕਮੇਟੀ ਵੀ ਬਣਾਈ ਵੀ ਹੈ ਉਹਨਾਂ ਨੇ। ਖਾਣਾ ਪੀਣਾ ਹੋਸਟਲ ਦਾ ਮੈਸ ਦਾ ਠੀਕ ਹੈ? ਹਾਂਜੀ ਹਾਂਜੀ ਖਾਣਾ ਪੀਣਾ ਸਰ ਬਾਕੀ ਸਾਰੀਆਂ ਯੂਨੀਵਰਸਿਟੀਆਂ ਨਾਲ ਵਧੀਆ। ਅਸੀਂ ਬਾਕੀਆਂ 'ਚ ਵੀ ਜਾ ਕੇ ਆਏ ਸੀਗੇ ਜਿਵੇਂ ਨਾਲ ਫਰੈਂਡਸ ਵਗੈਰਾ, ਪਰ ਸਾਰਿਆਂ ਨਾਲ ਵਧੀਆ ਇੱਥੇ ਹੀ ਆ। ਮਤਲਬ ਅਗਰ ਕੋਈ ਬੱਚਾ ਯੂਨੀਵਰਸਿਟੀ ਜੁਆਇਨ ਕਰ ਰਿਹਾ ਤਾਂ ਉਹਨੂੰ ਪੀਜੀ ਦੀ ਜਗ੍ਹਾ ਹੋਸਟਲ ਪ੍ਰੈਫਰ ਕਰਨਾ ਚਾਹੀਦਾ। ਕਰਨਾ ਹਾਂਜੀ। ਚਾਹੀਦਾ। ਸਾਡੇ ਨਾਲ ਕਈ ਜਾਣੇ ਇਹੋ ਜਿਹੇ ਹੈਗੇ ਆ ਜਿਹੜੇ ਪੀਜੀ ਛੱਡ ਕੇ ਹੋਸਟਲ ਜਾ ਗਏ, ਜਿਨ੍ਹਾਂ ਨੇ ਪਹਿਲਾਂ ਪੀਜੀ ਲਏ ਸੀ। ਓਕੇ, ਠੀਕ ਪੀਜੀ ਦਾ ਫਿਰ ਆਉਣ ਜਾਣ ਹੀ ਰਹਿ ਜਾਂਦਾ ਸਰ, ਬਾਹਰ ਜਾ ਵੜੇ ਅੰਦਰ ਆ ਗਿਆ। ਠੀਕ ਹੈ, ਠੀਕ ਹੈ। ਤੇ ਪੜ੍ਹਾਈ ਕਿੰਨੀ ਈਜ਼ੀ, ਕਿੰਨੀ ਟਫ? ਭਾਈ ਸਰ ਆਪਦੇ ਸਿਰ ਤੇ ਆ, ਮਤਲਬ ਜੇ ਪੜਾਂਗੇ ਤਾਂ ਫਿਰ ਤਾਂ ਨਹੀਂ ਬੜੀ ਔਖੀ ਲੱਗਦੀ, ਨਹੀਂ ਤਾਂ ਸਰ ਔਖੀ ਆ। ਜੇ ਵੈਸੇ ਗੱਲ ਕਰੀਏ ਸਰ, ਜਿਵੇਂ ਐਂ ਵੀ ਕਹਿ ਸਕਦੇ ਆ ਵੀ ਜੇ ਮੰਨ ਲਓ ਪੇਪਰ ਆ ਗਏ ਤਾਂ ਜੇ ਬੰਦਾ 20 ਕੁ ਦਿਨ ਪਹਿਲਾਂ ਵੀ ਸ਼ੁਰੂ ਕਰ ਦੇ ਸਾਰਾ ਕਰਨਾ A to Z, ਮੈਂ 20 ਕੁ ਦਿਨ ਹੀ ਹੁੰਦੇ, ਉਦੋਂ ਪਹਿਲਾਂ ਕਲਾਸਿਸ ਵਗੈਰਾ ਕੰਟੀਨਿਊ 'ਚ ਲੱਗਦੀਆਂ, ਥੋੜਾ ਰੋਜ਼ ਕਰੀ ਜਾਵੇ ਤਾਂ ਫਿਰ ਤਾਂ ਠੀਕ ਹੈ। ਜੇ ਪੇਪਰ ਤੋਂ ਇੱਕ ਦਿਨ ਪਹਿਲਾਂ ਹੀ ਕਰੂੰਗੇ ਫਿਰ ਤਾਂ ਨਹੀਂ, ਨਾ ਫਿਰ ਤਾਂ ਪੂਰਾ ਹੀ ਹੁੰਦਾ। ਠੀਕ ਹੈ, ਠੀਕ ਹੈ। ਸਬਜੈਕਟਸ ਤੁਸੀਂ ਖੁਦ ਸਿਲੈਕਟ ਕਰਦੇ ਹੋ ਜਾਂ ਪਹਿਲਾਂ ਤੋਂ ਹੀ ਟੀਚਰਸ ਨੇ ਸਿਲੈਕਟ ਕੀਤੇ ਹੁੰਦੇ ਨੇ ਫॉर BSc? ਨਹੀਂ ਸਰ, ਟੀਚਰਸ ਨੇ ਪਹਿਲਾਂ ਹੀ ਸਿਲੈਕਟ ਕੀਤੇ ਹੁੰਦੇ ਆ BSc। ਠੀਕ ਹੈ, ਹੁਣ ਤੁਸੀਂ ਕਿਉਂਕਿ ਦੋਨੋਂ ਅਲੱਗ-ਅਲੱਗ ਸਟਰੀਮ ਤੋਂ, ਹਾਰਟੀਕਲਚਰ ਤੇ ਐਗਰੀਕਲਚਰ, ਥੋੜਾ ਜਿਹਾ ਕੰਪੇਅਰ ਕਰ ਲੈਂਦੇ ਆ। ਐਗਰੀਕਲਚਰ ਤੇ ਹਾਰਟੀਕਲਚਰ ਦੇ ਕੁਝ 3-4 ਪੁਆਇੰਟਸ ਮੈਂ ਸ਼ੇਅਰ ਕਰਦਾ, ਤੁਸੀਂ ਉਹਨਾਂ ਦੇ ਵਿੱਚ ਆਪਣਾ ਓਪੀਨੀਅਨ ਦੱਸਣਾ। ਸਭ ਤੋਂ ਪਹਿਲਾਂ ਤਾਂ ਸਟੱਡੀ ਹਾਰਟੀਕਲਚਰ ਦੀ ਕਿੱਦਾਂ ਦੀ ਤੁਹਾਡੀ ਲੱਗਦੀ ਹੈ? ਆਸਾਨ ਲੱਗਦੀ ਹੈ, ਮੁਸ਼ਕਿਲ ਲੱਗਦੀ ਹੈ? ਜਾਂ ਤੁਸੀਂ ਐਗਰੀਕਲਚਰ ਦੇ ਸਬਜੈਕਟ ਵੀ ਦੇਖੇ ਹੋਣਗੇ ਕੁਝ, ਕਿੱਦਾਂ ਦੇਖਦੇ ਹੋ ਕਿਹੜਾ ਆਸਾਨ ਹੈ, ਕਿਹੜਾ ਮੁਸ਼ਕਿਲ ਹੈ ਤੇ ਕਿਉਂ? ਸਰ ਹਾਰਟੀਕਲਚਰ ਵਿੱਚ ਮੇਨਲੀ ਜਿਵੇਂ ਫਰੂਟਸ ਵਗੈਰਾ ਆ ਜਾਂਦੇ, ਮਤਲਬ ਬਾਇਓ ਦੇ ਰਿਲੇਟਡ ਆ। ਜਿਨ੍ਹਾਂ ਨੇ ਹੁਣ ਜਿਵੇਂ ਨਾਨ ਮੈਡੀਕਲ ਸਟਰੀਮ ਕੀਤੀ ਹੈ ਉਹਨਾਂ ਨੂੰ ਤਾਂ ਔਖੀ ਲੱਗਦੀ ਹੈ। ਜਿਵੇਂ ਮੈਡੀਕਲ ਵਾਲੇ ਸਟੂਡੈਂਟਸ ਹਜੇ ਵੀ ਕਹਿ ਦਿੰਦੇ ਜਿਵੇਂ ਠੀਕ ਆ, ਉਹਨਾਂ ਨੇ ਕੀਤਾ ਹੋਇਆ ਬਾਇਓ ਦਾ, ਉਹਨਾਂ ਨੂੰ ਕਈ ਚੀਜ਼ਾਂ ਟੀਚਰਸ ਵੀ ਪੁੱਛ ਲੈਂਦੇ, ਉਹ ਮਤਲਬ ਆਨਸਰ ਵੀ ਦੇ ਦਿੰਦੇ ਆ। ਜ਼ਿਆਦਾ ਸਰ ਜਿਵੇਂ ਰੱਟਾਫਿਕੇਸ਼ਨ ਜਾਂ ਹਾਰਟੀ ਵਿੱਚ ਜ਼ਿਆਦਾ। ਠੀਕ ਹੈ, ਤੇ ਐਗਰੀਕਲਚਰ 'ਚ? ਇਹਦੇ 'ਚ ਸਰ ਕਈ ਆਏ ਆ, ਸਾਰਾ ਓਵਰਆਲ ਨਹੀਂ ਆਪਾਂ ਰੱਟਾਫਿਕੇਸ਼ਨ ਕਹਿ ਸਕਦੇ, ਕਿਉਂਕਿ ਇਹਦੇ 'ਚ ਆਪਣੇ ਜਿਹੜੇ ਪ੍ਰੈਕਟੀਕਲ ਸਬਜੈਕਟ ਥੋੜ੍ਹੇ ਜ਼ਿਆਦਾ ਹੁੰਦੇ ਆ। ਜਿਹੜੀਆਂ ਚੀਜ਼ਾਂ ਆਪਾਂ ਮਤਲਬ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਵੇਖਦੇ ਆਏ ਆ ਐਗਰੀਕਲਚਰ 'ਚ, ਉਹ ਚੀਜ਼ਾਂ ਜ਼ਿਆਦਾ ਹੁੰਦੀਆਂ। ਬਾਕੀ 1-2 ਸਬਜੈਕਟ ਇਹਨਾਂ 'ਚ ਵੀ ਹੁੰਦੇ ਜਿਹੜੇ ਪਿਓਰ ਰੱਟਾਬਾਜ਼ੀ ਆ, ਮਤਲਬ ਜਿਹੜੇ ਕੋਈ ਪਸੰਦ ਹੀ ਨਹੀਂ ਕਰਦਾ ਇਹਨਾਂ ਨੂੰ ਪੜ੍ਹਨਾ। ਠੀਕ ਹੈ, ਠੀਕ ਹੈ। ਤੇ ਐਗਰੀਕਲਚਰ 'ਚ ਵੀ ਕੁਝ ਹੈ ਤਾਂ ਕਿ ਮੈਡੀਕਲ ਸਟਰੀਮ ਦੇ ਲਈ ਆਸਾਨ ਹੈ, ਨਾਨ ਮੈਡੀਕਲ ਦੇ ਲਈ ਆਸਾਨ ਹੈ? ਬਸ ਉਹੀ ਜਿਹੜੇ 2-3 ਸਬਜੈਕਟ ਆ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਵੀ ਉਹੀ ਹੁੰਦੇ ਆ, ਬਾਕੀ ਤਾਂ ਹਰੇਕ ਕਰ ਲੈਂਦਾ, ਕਿਉਂਕਿ ਉਹਦੇ ਤਾਂ ਫਿਰ ਐਗਰੀਕਲਚਰ ਹੀ ਆ ਜਾਂਦਾ ਵੀ ਜਿਹੜੇ ਉਹ 2-3 ਸਬਜੈਕਟ ਨੇ ਉਹ ਮੈਡੀਕਲ ਸਟੂਡੈਂਟਸ ਦੇ ਲਈ ਆਸਾਨ ਹੋਣਗੇ? ਹਾਂਜੀ, ਉਹ ਉਹਨਾਂ ਲਈ ਆਸਾਨ ਕੋਈ ਹੁੰਦੇ। ਇਦਾਂ ਦੇ ਸਬਜੈਕਟ ਵੀ ਨੇ ਜਿਹੜੇ ਨਾਨ ਮੈਡੀਕਲ ਲਈ ਆਸਾਨ ਹੋਣਗੇ, ਮੈਡੀਕਲ ਵਾਲੇ ਨੂੰ ਔਖੇ ਲੱਗਦੇ ਨੇ? ਨਾਨ ਮੈਡੀਕਲ ਵਾਲੇ ਥੋੜ੍ਹੇ ਆ, ਕਿਉਂਕਿ ਜਿਹੜੇ ਕੈਲਕੂਲੇਸ਼ਨ ਵਗੈਰਾ ਮੈਥ ਹੀ ਐਵੇਂ ਉਹ ਤਾਂ ਥੋੜ੍ਹਾ ਹੀ ਆਉਂਦਾ, ਕੋਈ ਬਾਹਲਾ ਆਉਂਦਾ ਨਹੀਂ ਇਹਦੇ 'ਚ। ਬਾਇਓ ਹੀ ਜ਼ਿਆਦਾ ਆਉਂਦੀ, ਕਿਉਂਕਿ ਹਰੇਕ ਸਬਜੈਕਟ ਹੀ ਬਾਇਓ ਨਾਲ ਰਿਲੇਟਡ ਹੈ। ਠੀਕ ਹੈ, ਚਲੋ ਫਸਟ ਪੁਆਇੰਟ ਹੋ ਗਿਆ। ਨੈਕਸਟ ਪ੍ਰੈਕਟੀਕਲ ਨੌਲੇਜ, ਹਾਰਟੀਕਲਚਰ ਦੀ ਪ੍ਰੈਕਟੀਕਲ ਨੌਲੇਜ ਕਿੱਦਾਂ ਦੀ ਹੈ? ਸਰ ਪ੍ਰੈਕਟੀਕਲ ਨੌਲੇਜ ਜਿਵੇਂ 3 ਕੁ ਕੋਰਸ ਹੀ ਆ ਜਿਹੜੇ ਜ਼ਿਆਦਾਤਰ ਪ੍ਰੈਕਟੀਕਲ ਆ, ਬਾਕੀ ਤਾਂ ਸਰ ਜਿਵੇਂ ਥਿਊਰੀ ਆ, ਥਿਊਰੀਆਂ ਕਲਾਸਿਸ ਲੱਗਦੀਆਂ, ਪ੍ਰੈਕਟੀਕਲ ਫੀਲਡ 'ਚ ਤਾਂ ਨਹੀਂ ਲੈ ਕੇ ਜਾਂਦੇ ਸਰ। ਅੱਛਾ, ਜੋ ਵੀ ਗੱਲ ਕਰ ਰਹੇ ਹਾਂ ਆਪਾਂ ਅਪ ਟੂ ਸੈਕੰਡ ਸਮੈਸਟਰ ਦੇ ਪੁਆਇੰਟ ਆਫ View ਨਾਲ ਹੈ, ਕਿਉਂਕਿ ਅੱਗੇ ਕੀ ਹੋਏਗਾ ਪਤਾ ਨਹੀਂ ਇਹਨਾਂ ਨੂੰ ਵੀ ਹਜੇ, ਤਾਂ ਅਪ ਟੂ ਸੈਕੰਡ ਸਮੈਸਟਰ ਤੱਕ ਹੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ। ਤੁਹਾਡਾ ਕਿੱਦਾਂ ਦਾ ਪ੍ਰੈਕਟੀਕਲ ਐਕਸਪੀਰੀਅੰਸ ਐਗਰੀਕਲਚਰ ਦਾ? ਸਾਡੇ ਜਿਵੇਂ ਸਰ 11 ਕੋਰਸ ਹੈ ਟੋਟਲ ਸੈਕਿੰਡ ਸੈਮ 'ਚ, ਤੇ 8 ਕੋਰਸ ਉਹਨਾਂ 'ਚੋਂ ਜਿਹੜੇ ਆ ਪ੍ਰੈਕਟੀਕਲ ਕੋਰਸ ਹੈ। ਓਕੇ, ਮਤਲਬ 11 ਦੇ ਵਿੱਚੋਂ 8 ਸਬਜੈਕਟ ਪ੍ਰੈਕਟੀਕਲ ਵਾਲੇ ਨੇ, ਤੇ ਤੁਹਾਡੇ ਕਿੰਨੇ ਸੀਗੇ? ਸਰ 3-4 3-4 ਆਊਟ ਆਫ ਸਰ 8-9 8-9 ਚੋਂ। ਓਕੇ, ਮਤਲਬ ਐਗਰੀਕਲਚਰ ਪ੍ਰੈਕਟੀਕਲ ਸਬਜੈਕਟਸ ਥੋੜੇ ਜ਼ਿਆਦਾ ਨੇ। ਹਾਂਜੀ, ਓਕੇ, ਤੇ ਬਸ ਉਹ ਆਹੀ ਹੈ ਵੀ ਜਿਹੜਾ ਤੁਹਾਨੂੰ ਥਿਊਰੀ ਸਮਝ ਨਹੀਂ ਆਉਂਦਾ ਪ੍ਰੈਕਟੀਕਲ 'ਚ ਆ ਜਾਂਦਾ। ਪ੍ਰੈਕਟੀਕਲ ਦੇ ਸਿਰ ਤੇ ਹੀ ਮਤਲਬ ਸਾਰਾ ਐਗਰੀਕਲਚਰ ਹੈ, ਕਿਉਂਕਿ ਪ੍ਰੈਕਟੀਕਲ ਹੀ ਵਧੀਆ ਲੱਗਦਾ। ਮਤਲਬ ਹਰ ਦਿਨ ਸਾਡੇ ਇੱਕ ਪ੍ਰੈਕਟੀਕਲ ਤਾਂ ਹੁੰਦਾ ਹੀ ਹੁੰਦਾ ਹੈ, ਤੇ 3-4 ਦਿਨ ਤਾਂ 2-2 ਦਿਨ ਪ੍ਰੈਕਟੀਕਲ ਵੀ ਹੁੰਦੇ ਆ, 1.5 ਘੰਟੇ ਦੇ। ਕੁਝ ਸਬਜੈਕਟ ਤੁਹਾਡੇ ਕਾਮਨ ਵੀ ਸੀ? ਹਾਂਜੀ ਸਰ, ਜਿਵੇਂ ਪਹਿਲੇ 2 ਸਮੈਸਟਰ ਵਿੱਚ ਜਿਵੇਂ 18 ਸਬਜੈਕਟ ਸੀਗੇ ਸਰ, ਜਿਵੇਂ 9 ਕਾਮਨ ਹੀ ਹੈ ਸਾਡੇ ਹੁਣ ਤੱਕ ਵੀ। ਠੀਕ ਹੈ, ਹਾਂਜੀ, ਮਤਲਬ ਕੁਝ ਸਬਜੈਕਟ ਐਗਰੀਕਲਚਰ ਹਾਰਟੀਕਲਚਰ ਦੇ ਸਿਮਿਲਰ ਹੀ ਨੇ। ਹਾਂਜੀ ਹਾਂਜੀ। ਠੀਕ ਹੈ, ਤੇ ਨੈਕਸਟ ਕੁਐਸਚਨ, ਤੁਹਾਡੇ
ਕਲਾਸਿਸ ਹੋਸਟਲ ਜਾਂ ਜਿੰਨੀਆਂ ਵੀ ਫੈਸਿਲਿਟੀਜ਼ ਨੇ ਉਹ ਸੇਮ ਹੀ ਹੁੰਦੀਆਂ ਨੇ ਹਾਰਟੀਕਲਚਰ ਦੀ ਐਗਰੀਕਲਚਰ ਦੇ ਨਾਲ ਕਿ ਅਲੱਗ-ਅਲੱਗ ਹੁੰਦੇ ਨੇ? ਲਾਈਕ ਕਲਾਸਿਸ ਅਲੱਗ ਨੇ, ਹੋਸਟਲ ਅਲੱਗ ਹੈ, ਸਭ ਕੁਝ ਅਲੱਗ ਹੈ ਕਿ ਸਭ ਕੁਝ ਸੇਮ ਹੀ ਹੈ ਬਸ ਨਹੀਂ ਸਰ, ਕੁਝ ਕਲਾਸਿਸ ਹੀ ਅਲੱਗ ਨੇ? ਸਰ ਹੋਸਟਲ ਵਗੈਰਾ ਤਾਂ ਸੇਮ ਹੀ ਆ। ਕਲਾਸਿਸ ਸਰ ਜਿਵੇਂ ਸਾਡੀਆਂ ਹਾਰਟੀਕਲਚਰ ਵਾਲੇ ਡਿਪਾਰਟਮੈਂਟ 'ਚ ਲੱਗਦੀਆਂ ਹੈ, ਐਗਰੀ ਵਾਲੀਆਂ ਦੀਆਂ ਐਗਰੀ 'ਚ ਲੱਗਦੀਆਂ। ਜਿਹੜੇ ਸਬਜੈਕਟ ਕਾਮਨ ਹੁੰਦੇ ਨੇ ਉਹਨਾਂ ਦੀ ਇਕੱਠੀ ਲੱਗਦੀ ਹੈ ਕਿ ਅਲੱਗ-ਅਲੱਗ ਲੱਗਦੀ ਹੈ ਕਲਾਸ? ਨਹੀਂ ਸਰ, ਅਲੱਗ-ਅਲੱਗ। ਅਲੱਗ-ਅਲੱਗ ਟੀਚਰਸ, ਅਲੱਗ-ਅਲੱਗ ਡਿਪਾਰਟਮੈਂਟਸ ਨੇ। ਹਾਂਜੀ। ਠੀਕ ਹੈ। ਉਹ ਤਾਂ ਸਰ ਜਿਵੇਂ ਐਗਰੀਕਲਚਰ 'ਚ ਵੀ 3 ਸੈਕਸ਼ਨ ਆ ਤਾਂ ਤਿੰਨਾਂ ਦੀ ਵੀ ਅੱਡ-ਅੱਡ ਲੱਗਦੀ ਆ, ਸੇਮ ਨਹੀਂ। ਉਹ ਸਾਡੇ ਸਾਰੇ ਕੋਰਸ ਹੀ ਸੇਮ ਹੋਣਗੇ ਤਿੰਨੇ ਸੈਕਸ਼ਨਾਂ ਦੇ, ਪਰ ਹੈ ਸਾਰਾ ਅੱਡ-ਅੱਡ। ਸਟਰੈਂਥ ਬਹੁਤ ਹੋ ਜਾਂਦੀ ਹੈ ਸਰ। ਠੀਕ ਹੈ। ਜਿਹੜੇ AAT ਤੋਂ ਬਾਅਦ ਸਟੂਡੈਂਟਸ ਆਉਂਦੇ ਨੇ 2 ਇਅਰਸ ਗੁਰਦਾਸਪੁਰ ਜਾਂ ਬਠਿੰਡਾ ਲਗਾ ਕੇ, ਉਹ ਤੁਹਾਡੇ ਨਾਲ ਮਰਜ ਕਰ ਦਿੱਤੇ ਜਾਂਦੇ ਨੇ ਕਿ ਉਹਨਾਂ ਦਾ ਅਲੱਗ ਸੈਕਸ਼ਨ ਬਣਦਾ ਹੈ? ਮਰਜ਼ੀ ਹੁੰਦੀ ਸਰ ਵਿੱਚ ਹੀ ਨਾਲ ਉਹ ਤੁਹਾਡੇ ਨਾਲ ਐਡ ਕਰਕੇ ਫਿਰ ਨਵੇਂ ਸੈਕਸ਼ਨਸ ਬਣਾ ਲਏ ਜਾਂਦੇ ਨੇ? ਹਾਂਜੀ, ਜਿਵੇਂ ਆ ਸੈਕਿੰਡ ਸੈਮ 'ਚ ਐਡ ਹੋਏ ਆ। ਵੈਸੇ ਤਾਂ ਫਸਟ 'ਚ ਹੀ ਹੋ ਜਾਣੇ ਸੀ, ਉਹ ਆਨਲਾਈਨ ਲੰਘ ਗਿਆ। ਸੈਕਿੰਡ 'ਚ ਐਡ ਅਪ ਹੋਏ ਆ ਤੇ ਉਹ ਸਾਰਾ ਸਾਡਾ ਸਰ ਨਾਲ ਹੀ ਚੱਲੀ ਜਾਂਦਾ। ਠੀਕ ਹੈ। ਹਾਂਜੀ। ਤੇ ਕਿੰਨੇ ਸਟੂਡੈਂਟਸ ਨੇ ਤੁਹਾਡੇ ਸੈਕਸ਼ਨ 'ਚ? ਮੇਰਾ C ਸੈਕਸ਼ਨ ਹੈ ਤੇ ਮੇਰੇ 'ਚ ਹੈਗੇ ਆ 70 ਜਵਾਕ, 70। ਤੇ ਤੁਹਾਡੇ ਕਿੰਨੇ ਸੈਕਸ਼ਨ 'ਚ ਕਿੰਨੇ ਸੈਕਸ਼ਨ ਨੇ ਟੋਟਲ ਤੇ ਕਿੰਨੇ ਸਟੂਡੈਂਟ ਨੇ ਤੁਹਾਡੇ ਸੈਕਸ਼ਨ 'ਚ? ਸਾਡਾ ਤਾਂ ਇੱਕੋ ਸੈਕਸ਼ਨ ਆ, ਉਹਦੇ 60 ਕੁ ਜਾਣੇ ਆ। ਠੀਕ ਹੈ, ਠੀਕ ਹੈ। ਫਰੈਂਡ ਸਰਕਲ, ਕਰਾਊਡ ਵਗੈਰਾ ਤੁਹਾਡਾ ਕਿੱਥੇ ਠੀਕ ਹੈ? ਹਾਰਟੀਕਲਚਰ ਠੀਕ ਲੱਗਿਆ, ਐਗਰੀਕਲਚਰ ਠੀਕ ਲੱਗਿਆ? ਸਰ ਜਿਵੇਂ ਐਗਰੀਕਲਚਰ ਵਿੱਚ ਜਵਾਕ ਜ਼ਿਆਦਾ ਹੈ, ਉਸ ਹਿਸਾਬ ਨਾਲ ਜਿਵੇਂ ਸਰ ਐਗਰੀਕਲਚਰ ਦਾ ਕਰੋ ਠੀਕ ਆ। ਠੀਕ ਹੈ। ਤੇ ਹੋਰ ਕੋਈ ਫੈਸਿਲਿਟੀਜ਼ ਜੋ ਹਾਰਟੀਕਲਚਰ ਨੂੰ ਐਕਸਟਰਾ ਮਿਲਦੀਆਂ ਹੋਣ ਜੋ ਐਗਰੀਕਲਚਰ ਨੂੰ ਕੋਲ ਨਾ ਹੋਣ? ਨਹੀਂ, ਫੈਸਿਲਿਟੀਜ਼ ਤਾਂ ਸੇਮ ਹੀ ਆ। ਤੁਹਾਨੂੰ ਐਗਰੀਕਲਚਰ 'ਚ ਕੋਈ ਐਕਸਟਰਾ ਫੈਸਿਲਿਟੀਜ਼ ਮਿਲਦੀਆਂ ਹੋਣ ਜੋ ਇਹਨਾਂ ਨੂੰ ਹਾਰਟੀਕਲਚਰ 'ਚ ਨਾ ਹੋਣ? ਬਸ ਸੇਮ ਹੀ ਹੈ ਸਾਡਾ। ਜਿਵੇਂ ਆਏ ਹੋ ਜਾਂਦਾ ਵੀ AT ਵਾਲੇ ਆ ਜਾਂਦੇ ਨਾਲ, ਉਹ 2 ਸਾਲ ਪਹਿਲਾਂ ਉੱਥੇ ਬਾਹਰ ਰਹੇ ਹੁੰਦੇ ਆ ਤੇ ਉਹ ਆ ਕੇ ਮਰਜ ਹੁੰਦੇ ਆ, ਫਿਰ ਸਾਡਾ ਫਰੈਂਡ ਸਰਕਲ ਬਣਨਾ ਇਹਨਾਂ ਦਾ ਸਾਰਾ ਨਵਾਂ, ਬਸ ਵੀ ਸਾਰੀ ਨਵੀਂ ਹੈ ਕਿਉਂਕਿ L ਬੈਚ ਹੀ ਹੁੰਦਾ ਸਾਰਾ, ਲੁਧਿਆਣੀ ਆ, ਕੋਈ AT ਵਗੈਰਾ ਨਹੀਂ। ਫੀ ਸਟਰਕਚਰ ਦਾ ਕਿੰਨਾ ਡਿਫਰੈਂਸ ਹੈ ਹਾਰਟੀਕਲਚਰ ਐਗਰੀਕਲਚਰ ਦਾ? ਫੀ ਤਾਂ ਸਾਰੀ Fees ਤਾਂ ਆਲਮੋਸਟ same ਸੇਮ ਹੀ ਹੈ। ਆਲਮੋਸਟ ਸੇਮ ਹੈ। ਹਾਂਜੀ। ਸਕੋਪ ਹਾਰਟੀਕਲਚਰ ਦਾ ਕਿੱਦਾਂ ਦਾ ਤੁਹਾਨੂੰ ਲੱਗਦਾ ਹੈ? ਤੁਸੀਂ ਤੁਹਾਡੇ ਸੀਨੀਅਰਸ ਵਗੈਰਾ ਵੀ ਸ਼ਾਇਦ ਤੁਹਾਨੂੰ ਮਿਲੇ ਹੁਣ, ਕਾਲਜ ਜਾ ਕੇ ਪਲੇਸਮੈਂਟ ਬਾਰੇ ਵੀ ਥੋੜਾ ਪਤਾ ਲੱਗਦਾ ਹੈ ਸੀਨੀਅਰਸ ਤੋਂ, ਤਾਂ ਕਿੱਦਾਂ ਦਾ ਸਕੋਪ ਦੇਖਦੇ ਹੋ ਤੁਸੀਂ ਹਾਰਟੀਕਲਚਰ ਦੇ ਵਿੱਚ? ਪਰ ਸਰ ਕਹਿੰਦੇ ਆ ਆਉਣ ਵਾਲੇ ਟਾਈਮ ਵਿੱਚ ਸਕੋਪ ਹੋਟੀ ਦਾ ਜ਼ਿਆਦਾ ਹੈ। ਹਾਂਜੀ ਸਰ। ਤੇ ਤੁਹਾਨੂੰ ਐਗਰੀਕਲਚਰ ਦਾ ਸਕੋਪ ਕਿੱਦਾਂ ਦਾ ਲੱਗਦਾ ਹੈ? ਕਿਉਂਕਿ ਤੁਸੀਂ ਸੀਨੀਅਰਸ ਵਗੈਰਾ ਤੋਂ ਮਿਲੇ ਹੋਵੋਗੇ, ਪੁੱਛਿਆ ਹੋਵੇਗਾ ਜਾਂ ਟੀਚਰਸ ਤੋਂ ਪਤਾ ਲੱਗਦਾ ਹੈ? ਹੁਣ ਤੱਕ ਤਾਂ ਸਰ ਗੱਲਾਂ ਹੀ ਸੁਣੀਆਂ, ਗੱਲਾਂ ਸੁਣ ਕੇ ਤਾਂ ਲੱਗਦਾ ਵੀ ਵਧੀਆ ਸਕੂਪ ਆ। ਬਾਕੀ ਮੈਂ ਤਾਂ ਸਰ ਇਹ ਮੰਨਦਾ ਵੀ ਜਦੋਂ ਆਪ ਹੀ ਉਸ ਲੈਵਲ ਤੇ ਜਾਈਦਾ, ਉੱਥੇ ਜਾ ਕੇ ਫਿਰ ਆਪ ਨਹੀਂ ਪਤਾ ਲੱਗਦਾ ਵੀ ਕੀ ਆ, ਕਿਉਂਕਿ ਹਰੇਕ ਦਾ ਮਾਈਂਡ ਸੈਟ ਡਿਫਰੈਂਟ ਹੁੰਦਾ, ਹਰੇਕ ਆਪ ਦੇ ਹਿਸਾਬ ਨਾਲ ਦੱਸਦਾ। ਠੀਕ ਹੈ। ਫਾਈਨਲੀ ਇੱਕ ਕਨਕਲੂਜਨ ਤੁਸੀਂ ਦੋਨੋਂ ਜਾਣੇ ਮੈਨੂੰ ਦੇ ਦਿਓ ਕਿ ਅਗਰ ਮੰਨ ਲਓ ਕਿਸੇ ਬੱਚੇ ਦਾ ਲੈਟਸ ਸੇ ਅੰਡਰ 50 ਰੈਂਕ ਹੈ, ਉਹਨੂੰ ਐਗਰੀਕਲਚਰ ਹਾਰਟੀਕਲਚਰ ਦੋਨੋਂ ਚ ਆਸਾਨੀ 'ਚ ਮਿਲ ਜਾਏਗੀ, ਉਹਨੂੰ ਐਗਰੀਕਲਚਰ ਪ੍ਰੈਫਰ ਕਰਨਾ ਚਾਹੀਦਾ ਜਾਂ ਹਾਰਟੀਕਲਚਰ? ਸਰ ਮੇਰੇ ਹਿਸਾਬ ਨਾਲ ਸਰ ਐਗਰੀਕਲਚਰ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇੰਡੀਆ 'ਚ ਵੀ ਹਜੇ ਐਗਰੀਕਲਚਰ ਦਾ, ਪੰਜਾਬ 'ਚ ਆਪਣੇ ਜ਼ਿਆਦਾ ਐਗਰੀਕਲਚਰ ਦਾ ਸਕੋਪ ਆ ਹਾਰਟੀਕਲਚਰ ਨਾਲੋਂ। ਹਾਰਟੀਕਲਚਰ ਹੈ ਤਾਂ ਸਰ ਨਵੀਂ ਹੈ, ਹੋਰ ਕਿਸੇ 'ਚ ਵੀ ਹੈ ਨਹੀਂ PAU ਤੋਂ ਇਲਾਵਾ BSc, ਜਿਵੇਂ ਹਾਰਟੀਕਲਚਰ ਕੋਈ ਨਹੀਂ ਹੈ ਕਰਾਈ ਜਾਂਦਾ। ਤੁਹਾਡੇ ਹਿਸਾਬ ਨਾਲ ਕੋਈ? ਮੈਂ ਤਾਂ ਸਰ ਇਹ ਕਹਿੰਦਾ ਜਿਹਦਾ ਤਾਂ ਕੋਈ ਪਹਿਲਾਂ ਹਾਰਟੀਕਲਚਰ 'ਚ ਹੈਗਾ, ਮਤਲਬ ਉਹਨਾਂ ਦਾ ਕੋਈ ਕੰਮਕਾਰ ਆ ਉਹਦੇ 'ਚ, ਉਹ ਜੇ ਚਾਹੁੰਦਾ ਤੇ ਬਸ ਉਹ ਮਤਲਬ ਐਂ ਹੋਣਾ ਚਾਹੀਦਾ ਵੀ ਰੱਟਾਬਾਜੀ ਫੁੱਲ ਹੋਊਗੀ, ਜੇ ਤਾਂ ਕਰ ਲੂਗਾ ਫਿਰ ਤਾਂ ਹਾਰਟੀਕਲਚਰ ਲੈ ਲੈ, ਨਹੀਂ ਤਾਂ ਫਿਰ ਮੈਂ ਤਾਂ ਆਪ ਹੀ ਐਗਰੀਕਲਚਰ ਦੀ ਸਲਾਹ ਹੀ ਦੇਵਾਂਗਾ। ਠੀਕ ਹੈ। ਮਤਲਬ ਜੇ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਏਕਮਪ੍ਰੀਤ ਕਿ ਤੁਸੀਂ ਦੁਬਾਰਾ ਕਾਉਂਸਲਿੰਗ ਅਟੈਂਡ ਕਰੋ, ਤੁਸੀਂ ਫਿਰ ਤੋਂ ਹਾਰਟੀਕਲਚਰ ਹੀ ਸਿਲੈਕਟ ਕਰੋਗੇ ਜਾਂ ਤੁਸੀਂ ਕਿਸੇ ਹੋਰ ਕਾਲਜ, ਕਿਸੇ ਹੋਰ ਕੋਰਸ ਜਾਣਾ ਪਸੰਦ ਕਰੋਗੇ? ਨਹੀਂ ਸਰ, ਜੇ ਮੈਨੂੰ ਐਗਰੀਕਲਚਰ ਮਿਲਦੀ ਹੋਈ ਤਾਂ ਫਿਰ ਮੈਂ ਐਗਰੀਕਲਚਰ ਪ੍ਰੈਫਰ ਕਰਾਂ। ਠੀਕ। ਤੇ ਕੁਲਰੀਤ, ਤੁਹਾਡਾ 2 ਸਮੈਸਟਰਸ ਦਾ ਐਕਸਪੀਰੀਅੰਸ ਕਿਦਾਂ ਦਾ ਕਿ ਜੇ ਤੁਹਾਨੂੰ ਦੁਬਾਰਾ ਚੋਇਸ ਮਿਲੇ ਕਿ PAU ਐਡਮਿਸ਼ਨ ਲੈਣੀ ਹੈ ਕਿ ਨਹੀਂ, ਤਾਂ ਤੁਸੀਂ ਐਡਮਿਸ਼ਨ ਲਾਓਗੇ? ਸੈਕੰਡਲੀ, ਸੇਮ ਕੋਰਸ ਹੀ ਲਾਓਗੇ ਐਗਰੀਕਲਚਰ 'ਚ ਜਾਂ ਤੁਸੀਂ ਕੋਈ ਹੋਰ ਕੋਰਸ ਸਿਲੈਕਟ ਕਰਦੇ ਹੋ? ਮੈਂ ਤਾਂ ਸਰ PAU, ਮੇਰਾ ਤਾਂ ਜਿਵੇਂ ਪਹਿਲਾਂ ਸ਼ੁਰੂ ਤੋਂ ਸੋਚਿਆ ਸੀ ਵੀ ਐਗਰੀਕਲਚਰ ਕਰਨਾ ਤੇ ਮੈਂ ਤਾਂ ਫਿਰ PAU ਲਾਉਂਗਾ। ਜੇ ਕੋਈ ਹੋਰ ਕੋਰਸ ਕਰਨਾ ਹੁੰਦਾ ਫਿਰ ਸ਼ਾਇਦ ਮੇਰਾ ਮਨ ਹੋਰ ਹੁੰਦਾ ਕੋਈ। ਓਕੇ। ਜੇ ਦੁਬਾਰਾ ਵੀ ਐਡਮਿਸ਼ਨ ਲੈਣੀ ਹੁੰਦੀ ਤਾਂ ਮੈਂ ਐਗਰੀਕਲਚਰ ਹੀ ਲੈਣਾ? ਐਗਰੀਕਲਚਰ ਹੀ ਲੈਣਾ। ਠੀਕ ਹੈ, ਠੀਕ ਹੈ। ਹੋਰ ਇਸ ਸਾਲ ਵੀ ਕਈ ਸਾਰੇ ਬੱਚੇ ਐਡਮਿਸ਼ਨਸ ਲੈ ਕੇ ਆ ਰਹੇ ਨੇ ਯੂਨੀਵਰਸਿਟੀ ਜੁਆਇਨ ਕਰਨ ਵਾਲੇ ਨੇ, ਤੁਹਾਡੇ ਜੂਨੀਅਰਸ ਉਹਨਾਂ ਦੇ ਲਈ ਤੁਹਾਡੇ ਕੋਲ ਕੀ ਐਡਵਾਈਸਸ ਨੇ ਕਿ ਕਿਸ ਤਰ੍ਹਾਂ ਦਾ ਨਾਲ ਉਹ ਪਲੈਨਿੰਗ ਕਰਕੇ ਆਉਣ, ਕਿਉਂਕਿ ਉਹਨਾਂ ਨੇ ਵੀ ਹੋਸਟਲ ਲੈਣਾ ਹੋਏਗਾ, ਕਾਲਜ ਤੁਹਾਡਾ ਸਾਰਾ ਕੁਝ ਹੋਏਗਾ? ਇਹ ਤਾਂ ਸਰ ਇਹੀ ਹੈ ਵੀ ਉਹ ਹੋਸਟਲ ਵਗੈਰਾ ਦਾ ਉਹਨਾਂ ਨੂੰ ਸਾਰਾ ਪ੍ਰੋਸਪੈਕਟ ਹੋਸਟਲ ਦਾ ਵੀ ਦੱਸ ਹੀ ਦੇਣਗੇ ਵੀ ਆਹ ਹੈਗਾ,
ਤੇ ਉਹਦੀ ਪਹਿਲਾਂ ਸਿਕਿਉਰਿਟੀ ਵਗੈਰਾ ਭਰਾ ਲੈਣਗੇ ਤੇ ਹੋਸਟਲ ਮਿਲ ਜਾਣਗੇ। ਹੋਸਟਲ ਬਾਕੀ ਉਹਨਾਂ ਤੇ ਮੇਨਟੇਨ ਕਰਕੇ ਰੱਖਣਗੇ ਸਾਰੇ, ਤਾਂ ਵਧੀਆ। ਕੋਰਸਿਸ ਵਗੈਰਾ ਤਾਂ ਪਹਿਲੇ ਸਾਲ ਇੰਟਰੋਡਕਟਰੀ ਹੁੰਦੇ ਆ, ਪਹਿਲੇ ਸਾਲ ਤਾਂ ਬਹੁਤ ਵਧੀਆ ਲੱਗਦਾ ਹੁੰਦਾ ਵੀ, ਕਿਉਂਕਿ ਥੋੜ੍ਹਾ ਹੀ ਪੜ੍ਹਾਉਂਦੇ ਆ ਹਰੇਕ ਬਾਰੇ, ਤੇ ਉਹ ਚੀਜ਼ਾਂ ਵਧੀਆ, ਇੰਟਰਸਟ ਜਿਹਾ ਬਣ ਜੂ ਉਹਨਾਂ ਦਾ। ਹੋਰ ਕੋਈ ਟਿਪ ਕਿੱਦਾਂ ਉਹ ਆਪਣੀ ਪਲੈਨਿੰਗ ਵਗੈਰਾ ਕਰਕੇ ਆਉਣ, ਕੋਈ ਸਟੱਡੀ ਰਿਲੇਟਡ, ਕੋਈ ਬੁੱਕਸ ਰਿਲੇਟਡ? ਸਰ ਇੱਥੇ ਜਿਵੇਂ ਵਹੀਕਲ ਦੀ ਹੈਗੀ, ਮਤਲਬ ਜੇ ਕਿਸੇ ਕੋਲ ਵਹੀਕਲ ਨਾ ਹੋਵੇ ਤਾਂ ਮਤਲਬ ਜਿਵੇਂ ਪ੍ਰੈਕਟੀਕਲ ਕਲਾਸ ਲਾਉਣੀ ਆ, ਜਿਵੇਂ 15-20 ਮਿੰਟ ਪਹਿਲਾਂ ਤੁਰਨਾ ਪੈਂਦਾ ਏ, ਤਾਂ ਹੀ ਜਾ ਕੇ ਟਾਈਮ ਨਾਲ ਜਵਾਕ ਪਹੁੰਚਦੇ ਆ। ਇੱਥੇ ਜਿਵੇਂ ਵਹੀਕਲ ਦੀ ਦਿੱਕਤ ਆਉਂਦੀ, ਜਿਹਦੇ ਕੋਲ ਮਤਲਬ ਹੈਗਾ ਏ ਤੇ ਉਹ ਮਤਲਬ ਲਿਆਵੇ, ਇੱਥੇ ਵਧੀਆ ਸੌਖਾ ਹੋ ਜੂਗਾ ਕੰਮ। ਕਲਾਸਰੂਮ ਤੋਂ ਫੀਲਡ ਕਾਫੀ ਦੂਰ ਨੇ, ਜਿਹਦੇ ਕਰਕੇ ਆਪਣੀ ਕਨਵੀਨੀਅੰਸ ਥੋੜੀ ਜਿਹੀ ਚਾਹੀਦੀ ਹੈ। ਕਲਾਸਰੂਮ ਤੋਂ ਹੋਸਟਲ ਹੀ ਬਹੁਤ ਦੂਰ ਆ, ਗਾਂ ਫੀਲਡ ਦਾ ਬਾਅਦ ਦੀ ਗੱਲ ਆ, ਕਿਉਂਕਿ ਫਿਰ ਆਏ ਆ ਜੇ ਮੰਨ ਲਓ ਹੁਣ ਮੈਸੇਜ ਆਣਾ ਤੇ ਫਿਰ ਉਹ ਕਿੱਥੇ, ਉਹ 2-2.5 ਕਿਲੋਮੀਟਰ ਵਾਪਸ ਜਾਊਗਾ, ਫਿਰ ਆਊਗਾ, ਉਹ ਨਾਲੇ ਇੰਨੀ ਗਰਮੀ ਹੁਣ ਤਾਂ ਫਿਰ ਉਹ ਪੜੂਗੀ ਜਾ ਕੇ, ਜਿਹੜਾ ਰਾਹ 'ਚ ਹੀ ਆਏ ਗਰਮੀ 'ਚ ਹੀ ਰਹਿ ਗਿਆ। ਜਦੋਂ ਦਾ ਖਾਤਾ ਵੀ ਤਾਂ ਹਾਂਜੀ ਠੀਕ ਹੈ। ਤੇ ਹੋਸਟਲ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ 2 ਵੀਲਰ ਰੱਖਣ 'ਚ? ਨਹੀਂ 2 ਵੀਲਰ ਤਾਂ ਰੱਖਣਾ ਹੀ ਪੈਣਾ ਸਰ। ਜਿਹੜਾ ਕੋਈ ਨਵਾਂ ਵੀ ਆਇਆ ਜੇ ਤਾਂ ਪਹਿਲੇ ਦਿਨ ਹੀ ਲਿਆਊਗਾ ਤਾਂ ਚੰਗਾ ਰਹੂਗਾ। ਜੇ ਮੰਨ ਲਓ ਹਫਤਾ ਵੀ ਡਿਲੇ ਕੀਤੀ ਤਾਂ ਹਫਤੇ 'ਚ ਵੀ ਉਹਦੀਆਂ ਤਸੱਲੀਆਂ, ਸਾਈਕਲ ਵਗੈਰਾ ਕੋਈ ਲੈ ਲੇ, ਕੁਛ ਹੋ ਗਿਆ। ਹਾਂਜੀ। ਤੇ ਕਿੰਨੇ ਦਿਨ ਬਾਅਦ ਘਰੇ ਜਾਂਦੇ ਹੋ? ਜੇ ਦਾ ਪੇਪਰ ਵਗੈਰਾ ਤਾਂ ਰਹਿ ਪਈਦਾ, ਤੇ ਨਹੀਂ ਤਾਂ ਇੱਕ ਹਫਤਾ ਛੱਡ ਕੇ 15 ਕੁ ਦਿਨਾਂ ਤੋਂ ਜਾ ਪਈਦਾ। ਜੇ ਤਾਂ ਸਰ ਨੇੜੇ ਆ ਫਿਰ ਤਾਂ ਜਾ ਵੜੇ ਇੱਕ ਹਫਤਾ ਛੱਡ ਕੇ, ਜੇ ਦੂਰ ਆ ਫਿਰ ਤਾਂ ਚੱਲ ਆਪਦਾ ਇੱਥੇ ਹੀ ਕਰ ਲੈ ਸਾਰਾ ਕੁਝ, ਕਿਤੇ ਜਾ ਆਵੇ ਮਹੀਨੇ 1.5 ਮਹੀਨੇ ਤੋਂ, ਫਿਰ ਨਹੀਂ ਤਾਂ ਆਉਣ ਜਾਣ 'ਚ ਹੀ ਰਹਿੰਦਾ। ਹੋਰ ਬੱਚਾ ਕੀ ਲੈ ਕੇ ਆਵੇ ਜਦੋਂ ਬੱਚਾ ਹੁਣ ਹੋਸਟਲ ਸ਼ਿਫਟ ਹੋ ਰਿਹਾ ਜਾਂ ਨਿਊ ਐਡਮਿਸ਼ਨ ਲੈ ਰਿਹਾ? ਇੱਕ ਵਾਰੀ ਤਾਂ ਸਰ ਮੈਂ ਤਾਂ ਇਹੀ ਕਹਿੰਦਾ ਵੀ ਘੱਟ ਸਮਾਨ ਲਿਆਵੇ, ਉੱਥੋਂ ਦਾ ਮਾਹੌਲ ਵੇਖ ਕੇ, ਕਿਉਂਕਿ ਹਰੇਕ ਸਾਲ ਦਾ ਕੋਈ ਪਤਾ ਨਹੀਂ ਹੁੰਦਾ ਕਿਵੇਂ ਫਰਕ ਪੈ ਜੇ। ਵੀ ਇੱਕ ਵਾਰੀ ਤਾਂ ਆਪਦੇ ਬਸ ਮਤਲਬ ਟਾਈਮ ਪਾਸ ਜੋਗਾ ਲਿਆਵੇ ਸਮਾਨ, ਫਿਰ ਉੱਥੋਂ ਦਾ ਮਾਹੌਲ ਵੇਖ ਕੇ ਉਸ ਹਿਸਾਬ 'ਚ ਅਗਲਾ ਸਮਾਨ ਲਿਆਵੇ ਆਪਦਾ ਜਿਹੜਾ ਕੁਛ ਚਾਹੀਦਾ। ਹੋਸਟਲ 'ਚ ਇੱਕ ਰੂਮ 'ਚ ਕਿੰਨੇ ਸਟੂਡੈਂਟ ਹੁੰਦੇ ਨੇ ਤੁਹਾਡੇ? ਸਰ 2 ਜਾਂ 3 ਵੀ ਹੋ ਸਕਦੇ ਹੋ। ਉਹ ਆਪਣੀ ਪਸੰਦ ਦੇ ਨਾਲ ਚੇਂਜ ਹੋ ਜਾਂਦੇ ਨੇ ਕਿ ਤੁਸੀਂ ਮਤਲਬ ਉਹੀ ਅਲਾਟ ਕਰਦੇ ਨੇ? ਉਹ ਜਿਵੇਂ ਐਤਕੀ ਤਾਂ ਟੈਂਪਰੇਰੀ ਅਲਾਟਮੈਂਟ ਹੋਈ ਹੈ ਹਜੇ ਤੀਕ, ਉਹ ਮਤਲਬ ਆਇਆ ਹੁੰਦਾ ਹੈ ਕੋਰਸ ਦਾ ਕੋਈ ਚੱਕਰ ਨਹੀਂ ਗਾ ਵੀ ਕਿਹੜੇ ਕੋਰਸ ਨਾਲ ਲੈਣਾ ਆਪਾਂ। ਤੇ ਉਹ ਹੋਸਟਲ ਜੇ ਮੰਨ ਲਓ ਹੁਣ ਉਹ ਇੱਕ ਤਾਂ ਹੁੰਦਾ CP ਤੇ ਇੱਕ ਹੁੰਦਾ ਵੀ ਜਿਹੜਾ ਪਹਿਲਾਂ ਆ ਗਿਆ ਜਿਹੜਾ ਕਮਰਾ ਉਹਨੇ ਲੈ ਲਿਆ ਫਿਰ ਉਹ ਮਿਲ ਜਾਂਦਾ। CP ਤੇ ਕਿਦਾਂ, ਥੋੜਾ ਜਿਹਾ ਡਿਟੇਲ ਸਮਝਾਓ। CP ਜਿਵੇਂ ਐਤਕੀ ਤਾਂ ਆਨਲਾਈਨ ਕਰਕੇ ਆਈ ਨਹੀਂ ਹਜੇ CP, ਜਦੋਂ ਆ ਜਾਂਦੀ ਹੈ ਫਿਰ ਉਹ CP ਵਾਲੇ ਦਾ ਇਹ ਹੁੰਦਾ ਵੀ ਜਿਹਦੀ CP ਜ਼ਿਆਦਾ, ਜੇ ਉਹ ਮੰਨ ਲਓ ਕਿਸੇ ਨੂੰ ਰੂਮ ਅਲਾਟ ਹੋ ਵੀ ਗਿਆ ਆ, ਜੇ ਉਹਦੀ CP ਜ਼ਿਆਦਾ ਤਾਂ ਉਹ ਕਹਿ ਸਕਦਾ ਵੀ ਇਹ ਰੂਮ ਮੈਂ ਲੈਣਾ, ਤੇ ਉਹ ਫਿਰ ਉਹਨੂੰ ਰੂਮ ਖਾਲੀ ਕਰਨਾ ਪਊਗਾ। CP ਮਤਲਬ ਗ੍ਰੇਡਸ ਹੈ ਨਾ? ਹਾਂਜੀ ਗ੍ਰੇਡ। ਠੀਕ ਹੈ। ਤੁਸੀਂ ਦੋਨੋਂ ਸੇਮ ਹੋਸਟਲ 'ਚੋਂ? ਹਾਂਜੀ ਸੇਮ ਰੂਮ 'ਚੋਂ? ਹਾਂਜੀ ਸੇਮ ਰੂਮ 'ਚ। ਤੁਸੀਂ ਸੇਮ ਸਕੂਲ 'ਚ ਪੜ੍ਹੇ ਹੋ, ਸੇਮ ਡਿਗਰੀ ਕਰ ਰਹੇ ਹੋ, ਸੇਮ ਹੋਸਟਲ 'ਚ? ਸਕੂਲ 'ਚ ਤਾਂ ਬੈਠੇ ਸੀ ਸ਼ੁਰੂ ਤੋਂ ਨਰਸਰੀ ਤੋਂ। ਨਰਸਰੀ ਤੋਂ? ਹਾਂਜੀ। ਮੜ ਕੇ ਜੌਬ ਨਹੀਂ ਮਿਲਦਾ, ਸੇਮ ਕੰਪਨੀ ਦਾ? ਪਿੰਡ ਵੀ ਸਰ ਨਾਲ ਦਾ ਹੀ ਆ। ਹਾਂ ਠੀਕ ਹੈ। ਹਾਂਜੀ ਮੇਰੀ ਯਾਦ ਹੈ ਬਾਕੀ ਸਰਪੰਚਾਂ ਦਾ ਮੁੰਡਾ। ਹਾਂਜੀ ਚੇਅਰਮੈਨ ਸਾਹਿਬ ਵੀ ਹੈ ਸਰ। ਠੀਕ ਹੈ। ਓਕੇ। ਫੈਮਿਲੀ ਰਿਲੇਸ਼ਨ ਵੀ ਚੰਗੇ ਆ ਸਰ, ਸ਼ੁਰੂ ਤੋਂ ਜਾਣਦੇ ਆਏ। ਚਲੋ ਵਧੀਆ, ਇੱਦਾਂ ਹੀ ਸਾਥ ਬਣਿਆ ਰਹੇ। ਹਾਂਜੀ। ਓਕੇ। ਜਿਹੜੇ ਨਾਲ ਸਰ ਸਾਡੇ 3 ਜਣੇ ਹੋਰ ਆ ਉਹ ਵੀ ਉਸੇ ਸਕੂਲ ਦੇ ਹੀ ਆ, ਸ਼ੁਰੂ ਤੋਂ ਬੜੇ ਨਾਲ 3 ਜਣੇ ਮਤਲਬ ਨਾਲ? ਉਹ ਐਗਰੀਕਲਚਰ ਇੰਜੀਨੀਅਰਿੰਗ ਹੁੰਦੇ ਆ, ਉਹਨਾਂ 'ਚੋਂ ਇੱਕ ਦਾ ਬਾਹਰ ਦਾ ਤੇ ਜਿਹੜੇ 2 ਆ ਉਹ ਸਾਡੇ ਨਾਲ ਹੀ ਪੜ੍ਹੇ ਸ਼ੁਰੂ ਅੱਛਾ, ਐਗਰੀਕਲਚਰ ਇੰਜੀਨੀਅਰਿੰਗ ਦੇ ਵੀ ਤੁਹਾਡੇ ਸਟੂਡੈਂਟਸ ਹੋਣਗੇ? ਸਾਰੇ A to Z ਜਿੰਨੇ ਕੋਰਸ ਆ, BSc ਫਿਜ਼ਿਕਸ ਵੀ ਉਹ ਵੀ ਸਾਡੇ ਨਾਲ ਹੋਸਟਲ 'ਚ ਹੀ ਆ। ਐਗਰੀਕਲਚਰ ਇੰਜੀਨੀਅਰਿੰਗ ਦਾ ਕਿਵੇਂ ਲੱਗਦਾ ਤੁਹਾਨੂੰ ਸਕੋਪ? ਠੀਕ ਹੈ, ਕਿਉਂਕਿ ਕਈ ਬੱਚੇ ਉਹ 'ਚ ਵੀ ਲੈਣਾ ਚਾਹੁੰਦੇ ਨੇ। ਅਸੀਂ ਤਾਂ ਸਰ ਜਿੰਨੇ ਵੇਖਿਆ ਉਹੀ ਵੇਖੇ ਜਿਨ੍ਹਾਂ ਦਾ ਆਪਦਾ ਕੰਮ ਹੈ ਇੰਜੀਨੀਅਰਿੰਗ ਵਗੈਰਾ ਦਾ, ਮਤਲਬ ਫੈਕਟਰੀ ਵਗੈਰਾ ਫਾਰਮ ਇੰਪਲੀਮੈਂਟਸ ਦੀਆਂ, ਉਹੀ ਜ਼ਿਆਦਾ ਕਰਦੇ ਆ। ਮਤਲਬ ਵੈਸੇ ਸਕੋਪ ਘੱਟ ਹੀ ਦਿਖਦਾ ਹੈ? ਹਾਂਜੀ ਸਰ। ਓਕੇ। ਜਵਾਬ ਵੀ ਜਿਵੇਂ ਪ੍ਰਾਈਵੇਟ ਸੈਕਟਰ ਲੱਗਦਾ ਵੀ ਜਿਹਦਾ ਆਪਦਾ ਕੰਮ ਕਰ ਲੇ, ਪਬਲਿਕ ਜਵਾਬ ਵੀ ਮਤਲਬ ਇਸ ਵਾਰ ਘਟੀ ਜਾਂਦੇ ਸਰ ਜ਼ਿਆਦਾ। ਬੀਟੈਕ ਐਗਰੀਕਲਚਰ? ਹਾਂਜੀ। BSc ਐਗਰੀਕਲਚਰ ਤਾਂ ਨਹੀਂ ਕਰਦੇ ਨੇ? ਨਹੀਂ ਸਰ। ਉਹਦੇ ਤਾਂ ਥਰਡ ਕਾਉਂਸਲਿੰਗ 'ਚ ਵੀ ਉਨੇ ਹੀ ਆ ਜਾਂਦੇ ਆ, ਇੱਕ ਸੀਟ ਵੀ ਖਾਲੀ ਨਹੀਂ ਰਹਿੰਦੀ। ਠੀਕ ਹੈ। ਠੀਕ। ਸੀਟ ਹਾਰਟੀਕਲਚਰ 'ਚ ਵੀ ਨਹੀਂ ਖਾਲੀ ਰਹਿੰਦੀ, ਹਾਰਟੀਕਲਚਰ ਦੀਆਂ ਸਾਰੀਆਂ ਭਰ ਜਾਂਦੀਆਂ, ਥਰਡ ਕਾਉਂਸਲਿੰਗ 'ਚ ਸਾਰੀਆਂ ਸਾਰੀਆਂ ਭਰ ਜਾਂਦੀਆਂ, B.Tech ਦੀਆਂ ਵੀ, Q.Tech ਦੀਆਂ ਵੀ। ਉਦੋਂ ਪਿਛਲਿਆਂ ਦੀਆਂ ਖਾਲੀ ਰਹਿ ਜਾਂਦੀਆਂ, ਕਮਿਊਨਿਟੀ ਸਾਇੰਸ, BSc ਫਿਜ਼ਿਕਸ, ਕੈਮਿਸਟਰੀ, ਜੂਲੋਜੀ ਵਗੈਰਾ। ਅੱਛਾ, ਇਹ ਸਾਰੇ ਕੋਰਸਿਸ 'ਚੋਂ ਅਗਰ ਆਪਾਂ ਕੋਈ 2 ਹੀ ਕੋਰਸ ਸਿਲੈਕਟ ਕਰਨੇ ਹੋਣ, 2 ਬੈਸਟ ਕੋਰਸਿਸ ਅਮੰਗ ਆਲ ਦਾ ਅੰਡਰਗ੍ਰੈਜੂਏਟ ਕੋਰਸਿਸ ਅੰਡਰ PAU, ਤੇ ਕਿਹੜੇ ਹੋਣਗੇ ਤੁਹਾਡੇ ਸਾਹਮਣੇ? ਪਹਿਲਾਂ ਸਰ ਐਗਰੀਕਲਚਰ ਤੇ ਹਾਰਟੀਕਲਚਰ। ਤੁਹਾਡੇ ਸਾਹਮਣੇ
6ਵੀਂ ਹੈ ਸਰ, ਕਿਉਂਕਿ ਸਭ ਤੋਂ ਪਹਿਲਾਂ ਕਾਉਂਸਲਿੰਗ 'ਚ ਭਰੀ ਇਹ ਜਾਂਦੇ ਆ, ਫਿਰ ਉਹ ਮਤਲਬ ਬਣੇ ਵੀ ਤਾਂ ਹੀ ਆ ਇਹ, ਕਿਉਂਕਿ ਇਹ ਭਰੇ ਜਾਂਦੇ ਤਾਂ ਮਤਲਬ ਲੋਕਾਂ ਦੀ ਚੋਇਸ ਪਹਿਲਾਂ ਇਹ ਆ ਤਾਂ ਹੀ ਇਹ ਭਰੇ ਜਾਂਦੇ। ਪ੍ਰੈਕਟੀਕਲ ਵੀ ਜ਼ਿਆਦਾ ਮਤਲਬ ਇਹਨਾਂ ਦੋਵਾਂ 'ਚ ਹੀ ਹੈ। ਠੀਕ ਆ। ਫੂਡ ਟੈਕ ਬਾਇਓਟੈਕ ਚ ਵੀ ਹੋਣਗੇ ਤੁਹਾਡੇ ਕੋਈ ਫਰੈਂਡਸ ਵਗੈਰਾ? ਹਾਂਜੀ ਹੈਗੀ ਆ। ਉਹ ਕਿਵੇਂ ਲੱਗਦੇ ਨੇ? ਉੱਥੇ ਵੀ ਕੋਈ ਸਟਰੈਂਥ ਬਾਹਲੀ ਨਹੀਂ ਉਹਨਾਂ ਦੀ, ਜਿਵੇਂ ਸਾਡਾ ਹੋਸਟਲ ਹੈ, ਹੋਸਟਲ 'ਚ ਐਗਰੀ ਤੇ ਹੌਟੀ ਦੇ ਹੀ ਆ ਜ਼ਿਆਦਾ, ਬੀਟੈਕ ਫੂਡ ਟੈਕ ਜਾਂ ਉਹਨਾਂ ਦੇ ਘੱਟ ਹੈ। ਠੀਕ ਹੈ। ਤੁਹਾਨੂੰ ਕੋਈ ਇੰਡੀਵਿਜੂਅਲ ਪ੍ਰੋਜੈਕਟ ਵਰਕ ਮਿਲਦਾ, ਗਰੁੱਪ ਵਾਈਜ਼ ਪ੍ਰੋਜੈਕਟ ਵਰਕ ਮਿਲਦਾ? ਜਿਵੇਂ ਪ੍ਰੈਕਟੀਕਲ ਸੈਕਸ਼ਨ ਵੰਡੇ ਹੁੰਦੇ ਆ, ਜੇ ਮੰਨ ਲਓ ਕਲਾਸ 70 ਹੈ ਤਾਂ ਉਹਦੇ 'ਚੋਂ 3 ਹਿੱਸਿਆਂ ਡਿਵਾਈਡ ਕਰ ਲਓ, C1 C2 C3 3 ਗਰੁੱਪ ਹੁੰਦੇ ਆ, ਤੇ ਉਹਦੇ ਹਿਸਾਬ 'ਚ ਫਿਰ ਗਾ ਸਾਡੇ ਪ੍ਰੈਕਟੀਕਲ ਸੈਕਸ਼ਨ ਲੱਗਦੇ। ਪ੍ਰੈਕਟੀਕਲ ਸੈਕਸ਼ਨ ਜਦੋਂ ਲੱਗਣਗੇ ਤਾਂ ਫਿਰ ਮਤਲਬ ਜੋ ਥੋੜੇ ਜਾਣੇ ਆ ਤਾਂ ਭਾਈ ਤਾਂ ਗਰੁੱਪ ਵਾਈਜ਼ ਹੀ ਹੈ, ਮਤਲਬ ਇੰਡੀਵਿਜੂਅਲ ਤਾਂ ਨਹੀਂ। ਇੱਕ ਗਰੁੱਪ ਦਾ ਇੱਕ ਐਡਵਾਈਜ਼ਰ ਹੁੰਦੇ ਨੇ। ਹਾਂਜੀ ਸਰ, ਜਿਵੇਂ ਪੰਜ ਐਡਵਾਈਜ਼ਰ ਵਧੀਆ ਗਾਈਡ ਕਰਦੇ ਨੇ, ਸਮਝ ਆ ਜਾਂਦਾ ਸਾਰਾ। ਹਾਂਜੀ ਵੈਨਸਡੇ 2:30 ਵਜੇ ਸਰ ਐਡਵਾਈਜ਼ਰੀ ਮੀਟਿੰਗ ਵੀ ਹੁੰਦੀ ਹੈ ਆਏ ਹਫਤੇ। ਅੱਛਾ ਹਾਂਜੀ ਠੀਕ, ਮਤਲਬ ਵਧੀਆ ਧਿਆਨ ਰੱਖ ਰਹੇ ਨੇ। ਹਾਂਜੀ ਹਾਂਜੀ ਠੀਕ ਹੈ। ਹੋਰ ਕੋਈ ਟਿਪ, ਹੋਰ ਕੋਈ ਤੁਹਾਡਾ ਵਿਊ? ਬਾਕੀ ਜਿਵੇਂ ਸਰ ਕਈ ਘਰਦਿਆਂ ਦੀ ਹੁੰਦੀ ਆ ਵੀ ਸਾਡਾ ਜਵਾਕ ਵਿਗੜ ਨਾ ਜਾਵੇ ਜਾਂ ਨਸ਼ਿਆਂ 'ਚ ਨਾ ਹੋਏ ਜਾਂ ਕੁਝ। ਇਹ ਬਹੁਤ ਬੱਚਿਆਂ ਦਾ ਕੁਐਸਚਨ ਹੈ ਕਿ ਉੱਥੇ ਦੀ ਕੰਪਨੀ ਕਿੱਦਾਂ ਦੀ ਹੈ, ਬੱਚੇ ਨਸ਼ੇ ਵਗੈਰਾ ਤਾਂ ਨਹੀਂ ਕਰਦੇ, ਗਲਤ ਕੰਮਾਂ 'ਚ ਤਾਂ ਨਹੀਂ ਹੈਗੇ, ਕਿੱਦਾਂ ਦਾ ਤੁਹਾਡਾ ਵੀ? ਇਹ ਤਾਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਉਹਦੇ ਤੇ ਆਪਦੇ ਤੇ ਹੀ ਆ ਸਟੂਡੈਂਟ ਦੇ। ਜੇ ਸਟੂਡੈਂਟ ਸਹੀ ਹੈ, ਚੰਗਾ ਗਾਈਡ ਕਰੂੰ ਆ ਤਾਂ ਉਹ ਨਹੀਂ ਕਰਦਾ, ਨਹੀਂ ਇਹ ਕੁਛ ਤਾਂ ਆਪਾਂ ਕਿਤੇ ਮਰਜ਼ੀ ਜਾ ਆਪਣੇ ਮਿਲੂਗਾ। ਪਰ ਸਾਡੇ ਹੋਸਟਲ 'ਚ ਤਾਂ ਹੈ ਨਹੀਂ, ਕਿਉਂਕਿ ਹਜੇ ਤਾਂ ਫਸਟ ਈਅਰ ਹੀ ਹੈ ਨਾ, ਅੱਗੇ ਦੇਖੋ ਇਹ ਤੀਕ ਤਾਂ ਸਾਨੂੰ ਇਹ ਕੁਛ ਨਹੀਂ ਮਿਲਿਆ। ਸੱਚ ਦੱਸ ਰਹੇ ਹੋ ਕਿ ਵੀਡੀਓ ਕਰਦੇ ਵੀ ਦੇਖ ਸਕਦੇ ਨੇ ਇਸ ਲਈ? ਨਹੀਂ ਨਹੀਂ ਸੱਚ ਘਰਦਿਆਂ ਨੂੰ ਯਕੀਨ ਆ ਸਰ, ਤਾਂ ਹੀ ਮੇਰੇ ਘਰ ਦੇ ਤੁਸੀਂ ਵੇਖ ਲਓ ਹਜੇ ਤੱਕ ਇੱਥੇ ਆਏ ਨਹੀਂ। ਓਕੇ, ਐਡਮਿਸ਼ਨ ਟਾਈਮ ਵੀ ਨਹੀਂ ਹੈ ਮਤਲਬ ਕਾਉਂਸਲਿੰਗ ਵੇਲੇ ਆਏ ਸੀ। ਹਾਂ, ਉਸ ਤੋਂ ਬਾਅਦ ਹੋਸਟਲ ਵਗੈਰਾ ਸਾਰਾ ਕੁਝ ਮੈਂ ਆਪ ਲਿਆ, ਅੱਛਾ ਸਾਰਾ ਸਮਾਨ ਸਮੂਨ ਆਪ ਲਿਆਂਦਾ, ਮਤਲਬ ਵਿਸ਼ਵਾਸ ਹੈ ਤਾਂ ਹੀ ਉਹਨਾਂ ਨੇ ਭੇਜਿਆ ਇੱਥੇ। ਚਲੋ ਆਪਾਂ ਕਦੇ ਤੋੜਨਾ ਵੀ ਨਹੀਂ, ਹਾਂਜੀ, ਉਸ ਤੋਂ ਬਣਾ ਕੇ ਰੱਖਣਾ। ਹਾਂਜੀ ਠੀਕ ਹੈ। ਤੇ ਅੱਗੇ ਹੁਣ ਕੋਈ ਐਮਐਸਸੀ ਵਗੈਰਾ ਦਾ ਵੀ ਇਰਾਦਾ ਬਣ ਰਿਹਾ ਕਿ ਬਸ ਡਿਗਰੀ ਕਰਕੇ ਆਪਾਂ ਜੌਬ ਲੈ ਜਾਵਾਂਗੇ? ਸਰ ਇੱਕ ਵਾਰੀ ਤਾਂ ਜੌਬ ਲਈ ਟਰਾਈ ਕਰਾਂਗੇ ਵੀ ਇਸ ਲਈ। ਠੀਕ। ਹਾਂਜੀ, ਜੌਬ ਇੰਡੀਆ 'ਚ ਕਰਨ ਦਾ ਵਿਚਾਰ ਹੈ ਕਿ ਫੋਰਨ ਜੌਬ ਲੈਣ ਬਣਾਉਂਦੇ? ਪਹਿਲਾਂ ਸਰ ਇੱਥੇ ਦੇਖਾਂਗੇ, ਫਿਰ ਜੇ ਕੋਈ ਨਾ ਫਿਰ ਗਾਂ ਸੋਚਾਂਗੇ ਵੀ ਐਮਐਸਸੀ ਇੱਥੇ ਜਾਂ ਬਾਹਰ ਜਾਂ ਕਿਵੇਂ ਵੀ। ਅੱਛਾ, ਪੰਜਾਬ ਤੋਂ ਬਾਹਰੋਂ ਕੋਈ ਬੱਚੇ ਆਈਸੀਆਰ ਦੇ ਅੰਡਰ ਵੀ ਆਏ ਹੋਣਗੇ ਤੁਹਾਡੇ ਨਾਲ ਨੇ? ਹਾਂਜੀ ਆਏ ਆ, ਤੁਹਾਡੇ ਨਾਲ ਹੀ ਨੇ, ਸੇਮ ਕੋਰਸ ਹੀ ਹੁੰਦੇ ਨੇ? ਮੇਰੇ ਸੈਕਸ਼ਨ ਸੀ ਸੈਕਸ਼ਨ 'ਚ ਹੀ ਆਉਂਦੇ ਜ਼ਿਆਦਾ, ਸਾਰੇ ਆਈਸੀਆਰ ਸੀ ਸੈਕਸ਼ਨ ਹੁੰਦੇ ਆ। ਠੀਕ ਹੈ। ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੋਵੇ? ਉਹਨਾਂ ਨੂੰ ਜਿਵੇਂ ਕਈਆਂ ਨੂੰ ਆਉਂਦੀ, ਜਿਵੇਂ ਇੱਕ ਮੁੰਡਾ ਉਹ ਕੇਰਲਾ ਤੋਂ ਆ, ਉਹ ਹੁਣ ਜਾਂ ਉਹਨੂੰ ਮਲਿਆਲਮ ਆਉਂਦੀ ਜਾਂ ਇੰਗਲਿਸ਼। ਹੀ ਡਸਨਟ ਅੰਡਰਸਟੈਂਡ ਪੰਜਾਬੀ? ਹਾਂ, ਨੋ ਪੰਜਾਬੀ ਨੋ ਹਿੰਦੀ। ਔਰ ਕਈ ਵਾਰ ਟੀਚਰਸ ਪੰਜਾਬੀ 'ਚ ਜਾਂ ਹਿੰਦੀ 'ਚ ਹਾਂਜੀ, ਤੇ ਉਹ ਫਿਰ ਕਈ ਨਹੀਂ ਕਹਿੰਦਾ, ਪਰ ਉਹ ਹੁਣ ਮਤਲਬ ਨੈਸ਼ਨਲ ਲੈਂਗੁਏਜ ਹਿੰਦੀ ਆਉਣੀ ਚਾਹੀਦੀ ਆ, ਫਿਰ ਤਾਂ ਠੀਕ ਹੈ। ਜੇ ਹੁਣ ਉਹਨੂੰ ਹੁਣ ਹਿੰਦੀ ਨਹੀਂ ਆਉਂਦੀ, ਹਾਲਾਂਕਿ ਉਹਨੂੰ ਸੀਗੀ ਪਰ ਉਹਨੇ ਪੜ੍ਹੀ ਨਹੀਂ, ਹੁਣ ਉਹ ਹਿੰਦੀ ਸਿੱਖ ਰਿਹਾ, ਫਿਰ ਉਹਨੂੰ ਮਤਲਬ ਕਿਹੜਾ ਤਾਂ ਡਿਫੀਕਲਟ ਲੱਗੂਗਾ ਹੀ। ਅੱਛਾ, ਹਾਰਟੀਕਲਚਰ ਅਦਰ ਸਟੇਟ ਦੇ ਸਟੂਡੈਂਟਸ ਐਡਮਿਸ਼ਨ ਲੈ ਸਕਦੇ ਨੇ? ਨਹੀਂ ਸਰ, ਹੌਟੀ 'ਚ ਨਹੀਂ ਆਉਂਦੀ। ਆਈਸੀਆਰ ਅੰਡਰ ਵੀ ਨਹੀਂ ਲੈ ਸਕਦੇ, ਸੀਟੀ ਅੰਡਰ ਵੀ ਨਹੀਂ ਲੈ ਸਕਦੇ? ਨਹੀਂ ਸਰ। ਕਨਫਰਮ ਹੈ? ਹਾਂਜੀ ਠੀਕ ਹੈ। ਫੂਡ ਟੈਕ ਬਾਇਓਟੈਕ 'ਚ ਅਦਰ ਸਟੇਟ ਵਾਲੇ ਫਿਰ ਸੀਟੀ ਅੰਡਰ ਆਉਂਦੇ ਨੇ? ਮੇਰੇ ਹਾਂਜੀ ਸੀਟੀ ਐਂਟਰੀ। ਕਮਿਊਨਿਟੀ ਸਾਇੰਸ? ਹਾਂ, ਉਹ ਬਹੁਤ ਘੱਟ ਲੋਕ ਕਰਦੇ ਪਤਾ। ਹਾਂਜੀ, ਕਮਿਊਨਿਟੀ ਸਾਇੰਸ ਦਾ ਸਕੋਪ ਨਹੀਂ ਲੱਗਦਾ? ਕੋਈ ਕਰਦਾ ਹੀ ਨਹੀਂ ਸਰ। ਇੱਕ ਆਏ ਹੋਇਆ ਨਾ ਸਰ ਕਾਉਂਸਲਿੰਗ, ਜਦੋਂ ਪਹਿਲਾਂ ਹੀ ਇੰਨੇ ਕੋਰਸ ਭਰ ਜਾਂਦੇ, ਫਿਰ ਉਹ ਥੱਲੇ ਜਾ ਕੇ ਅਗਲਾ ਕਹਿੰਦਾ ਇਹਦਾ ਕੀ ਸਕੋਪ ਹੋਊਗਾ। ਹਾਲਾਂਕਿ ਕੋਈ ਹੋਵੇ ਪਰ ਕੋਈ ਹਾਂ ਠੀਕ ਹੋ। ਅੱਜ ਸਾਡੀ ਵਾਰੀ ਸਰ ਐਗਰੋਮੈਟ ਦੀ ਰੀਡਿੰਗ ਵਾਲੀ। ਅੱਛਾ ਉਹ ਸਵੇਰ 7:30 8:30 ਤੇ ਫਿਰ 2:30 ਫਿਰ 5:30। ਉਹ 2:30 5:30 ਵਾਲੀਆਂ ਲੈ ਕੇ ਆਉਂਦੇ। ਅੱਛਾ, ਫੀਲਡ ਵਰਕ ਕਿੰਨਾ ਹੁੰਦਾ ਹਾਰਟੀਕਲਚਰ ਐਗਰੀਕਲਚਰ? ਬੱਚੇ ਬੜੇ ਕੰਫਿਊਜ਼ ਹੁੰਦੇ ਨੇ ਕਿ ਸਾਰਾ ਦਿਨ ਧੁੱਪੇ ਘੁੰਮਣਾ ਪਊਗਾ, ਭਾਈ ਫੀਲਡ ਵਿੱਚ ਘੁੰਮਣਾ ਪਊਗਾ, ਬਹੁਤ ਮਿਹਨਤ ਵਾਲਾ ਕੰਮ ਹੈ। ਸਾਡੇ ਦਾ ਜਿਵੇਂ ਸਰ ਦੋ ਹੀ, ਇੱਕ ਫੋਰੈਸਟਰੀ ਇੱਕ ਐਗਰੋਮੈਟ। ਐਗਰੋਮੈਟ ਵੀ ਬਸ ਦੋ ਤਿੰਨ ਨਹੀਂ ਲੱਗਦੀਆਂ, ਆਬਜ਼ਰਵੇਟਰੀ। ਮਤਲਬ ਇਹ ਨਹੀਂ ਸਾਰਾ ਦਿਨ ਧੁੱਪੇ ਪਸੀਨੋਂ? ਨਹੀਂ ਤੁਰੇ ਫਿਰੋ। ਸਾਡੇ ਵੀ ਸਰ ਜਿਵੇਂ ਐਗਰੋਮੈਟ ਦੀ ਹੁੰਦੀ ਆ, ਫਲੋਰੀ ਦੀ ਤੇ ਹਾਰਟੀਕਲਚਰ ਦੀ। ਫੀਲਡ ਵਰਕ ਜ਼ਿਆਦਾ ਨਹੀਂ ਹੈ? ਨਹੀਂ ਸਰ ਜ਼ਿਆਦਾ, ਮਤਲਬ ਪ੍ਰੈਕਟੀਕਲ ਵਰਕ ਜ਼ਿਆਦਾ ਹੈ, ਪਰ ਆਏ ਨਹੀਂ ਵੀ ਹਰੇਕ ਕਲਾਸ ਹੀ ਫੀਲਡ 'ਚ ਲੱਗੂਗੀ। ਜੇ ਮੰਨ ਲਓ ਇੱਕ ਕੋਰਸ ਆ ਤਾਂ ਉਹਦੀ ਦਫਾ ਮਗਰ ਇੱਕ ਫੀਲਡ 'ਚ ਲੱਗਦੀ ਹੈ। ਠੀਕ ਸਰ ਜਿਵੇਂ ਸਾਡੇ 2 ਜਿਵੇਂ ਹਫ਼ਤਿਆਂ ਬਾਅਦ ਜਿਵੇਂ ਫੀਲਡ ਉਹ ਪ੍ਰੈਕਟੀਕਲ ਵਰਕ ਤਾਂ ਚੱਲਦਾ, ਜਿਵੇਂ ਫੀਲਡ ਵਿੱਚ 2 ਹਫ਼ਤਿਆਂ ਬਾਅਦ ਲੈ ਲਈ ਜਾਂਦੇ ਆ, ਆਏ ਹਰੀ ਨਹੀਂ ਲੈ ਕੇ ਜਾਂਦੇ। ਮੈਂ ਸੁਣਿਆ ਯੂਨੀਵਰਸਿਟੀ 'ਚ ਵੀ ਐਕਸਟਰਾ ਕਲਾਸਿਸ ਲੱਗਦੀਆਂ ਨੇ, ਜਿਵੇਂ ਆਪਣੇ ਕੋਲ ਤੁਸੀਂ ਗਾਉਂਦੇ ਰਹੇ ਹੋ, ਕਦੇ ਕਦੇ ਸੈਟਰਡੇ ਸੰਡੇ ਵੀ ਲੱਗੀ ਐਕਸਟਰਾ ਕਲਾਸ? ਸੈਟਰਡੇ ਸੰਡੇ ਨਹੀਂ, ਪਰ ਜਿਹੜੇ ਮਤਲਬ ਜਿਹੜੇ ਫ੍ਰੀ ਪੀਰੀਅਡ ਹੁੰਦੇ ਸਰ ਉਹਦੇ 'ਚ working ਲੱਗ ਜਾਂਦੇ।
ਮਤਲਬ ਆਏ ਹੋ ਜਾਂਦਾ ਨਾ, ਜਿਵੇਂ ਆਨਲਾਈਨ ਤਾਂ ਫਿਰ ਬੰਦਾ ਹੋਰ ਕਿਤੇ ਵੀ ਲਾ ਲੈਂਦਾ, 8 ਵਜੇ ਵੀ ਰਾਤ ਨੂੰ ਲਾ ਲੈਂਦਾ। ਇੱਥੇ ਆਏ ਆ ਹੁਣ 9 to 5 ਹੀ ਲੱਗਣੀ ਆ, ਤੇ ਉਹ ਟੀਚਰ ਨੂੰ ਆਏ ਹੁੰਦਾ, ਟੀਚਰ ਨੂੰ ਜਿਵੇਂ ਮਿਡ ਟਰਮ ਦੀ ਇੱਕ ਟੀਚਰ ਹੁੰਦਾ, ਉਸ ਤੋਂ ਬਾਅਦ ਦੂਜਾ ਉਹ ਮਿਡ ਟਰਮ ਦੀ ਟੀਚਰ ਨੇ ਸਿਲੇਬਸ ਪੂਰਾ ਕਰਨਾ ਹੁੰਦਾ, ਤੇ ਫਿਰ ਉਹ ਐਕਸਟਰਾ ਕਲਾਸ ਡਿਮਾਂਡ ਕਰਦੇ। ਸਾਡੇ ਤਾਂ ਕਾਫੀ ਲੱਗਦੀਆਂ ਐਗਰੀਕਲਚਰ ਤਾਂ, ਇਹਨਾਂ ਦੇ ਘੱਟ ਲੱਗਦੀਆਂ ਹਾਰਟੀਕਲਚਰ। ਸਾਡੇ ਇਧਰ ਘੱਟ ਲੱਗਦੀਆਂ ਬਾਹਰ। ਮਤਲਬ ਕੋਈ ਵੀ ਕਲਾਸ ਹੋਵੇ ਮਾਰਨਿੰਗ 8 ਵਜੇ ਤੋਂ 9 ਤੋਂ 5 ਦੇ ਵਿੱਚ ਰਹੇ, ਉਸ ਤੋਂ ਪਹਿਲਾਂ ਨਹੀਂ ਹੁੰਦੀ, 5 ਵਜੇ ਤੋਂ ਬਾਅਦ। ਬਾਹਰ ਨਹੀਂ ਜਾਂਦੇ। ਠੀਕ ਹੈ। ਤੇ ਪੇਪਰ ਵਗੈਰਾ ਔਖੇ ਪਾਉਂਦੇ ਨੇ ਕਿ ਸੌਖੇ ਹੁੰਦਾ? ਆਵਰਲੀ ਤਾਂ ਸਰ ਹਾਈ ਤੱਕਰ ਜਿੰਨੇ ਦਿੱਤੇ ਉਹ ਤਾਂ ਈਚ ਐਗਜ਼ਾਮ ਦੀ ਵੇਟੇਜ ਆ, ਥੋੜਾ ਜਿਹਾ ਗਾਈਡ ਕਰੋ ਕਿ ਬੱਚਾ ਇਹਦਾ ਨਾ ਹੋਵੇ ਕਿ ਸਿਰਫ ਫਾਈਨਲ ਐਗਜ਼ਾਮ ਦੀ ਹੀ ਵੇਟੇਜ ਰੱਖੇ। ਇਹਦੇ 'ਚ ਆਏ ਹੁੰਦਾ ਜੀ, ਪਹਿਲਾਂ ਆਰਲੀ ਹੁੰਦੇ ਆ, ਫਿਰ ਮਿਡ ਟਰਮ, ਫਿਰ ਪ੍ਰੈਕਟੀਕਲ ਤੇ ਫਿਰ ਐਂਡ ਟਰਮ। ਆਰਲੀ ਹਰੇਕ ਆਰਲੀ ਦੀ ਵੇਟੇਜ ਹੁੰਦੀ ਆ। ਆਰਲੀ ਸਿਲੇਬਸ ਵੀ ਥੋੜਾ ਹੁੰਦਾ ਤੇ ਇਹ 'ਚ ਮਾਰਕਸ ਗੇਨ ਕਰਨੇ ਵੀ ਸੌਖੇ ਹੁੰਦੇ ਆ। ਸੋ ਇਹ ਤਾਂ ਸਾਰਿਆਂ ਨੂੰ ਵਧੀਆ ਕਰਨੇ ਚਾਹੀਦੇ ਆ, ਕਿਉਂਕਿ ਇਹਦਾ ਬਹੁਤ ਫਾਇਦਾ ਹੁੰਦਾ। ਫਿਰ ਮਿਡ ਟਰਮ ਆ ਜਾਂਦੇ ਆ, ਇਹਨਾਂ 'ਚ ਵੀ ਜ਼ਰੂਰੀ ਹੁੰਦੇ ਆ। ਜਿਵੇਂ ਪਹਿਲਾਂ ਆਰਲੀ ਦੇ ਇਹ ਹੈਗੇ ਕੋਰਸ ਟੂ ਕੋਰਸ ਡਿਪੈਂਡ ਕਰਦਾ ਹੈ। ਜਿਵੇਂ ਆਰਲੀ ਦੇ 10% ਵੇਟੇਜ ਹੁੰਦੀ ਹੈ, ਤੇ ਮਿਡ ਟਰਮ ਦੀ 25% ਵੇਟੇਜ ਹੁੰਦੀ ਹੈ, ਪ੍ਰੈਕਟੀਕਲ 30% ਤੇ ਐਂਡ ਟਰਮ 35%। ਪਾਸ ਜੇ ਤਾਂ ਮੰਨ ਲਓ ਕੋਈ ਜ਼ਿਆਦਾ ਵੀਕ ਸਟੂਡੈਂਟ ਆ, ਉਹ ਸਾਰਿਆਂ 'ਚ ਪਾਸ ਹੋਈ ਜਾਵੇ ਠੀਕ ਹੈ, ਨਹੀਂ ਤਾਂ ਆਰਲੀ, ਮਿਡ ਟਰਮ, ਪ੍ਰੈਕਟੀਕਲ ਇਹ ਤਿੰਨੇ ਸਾਰਿਆਂ ਨਾਲੋਂ ਵਧੀਆ ਕਰੋ। ਤੇ ਉਸ ਤੋਂ ਬਾਅਦ ਬਸ ਜਿਹੜੇ ਐਂਡ ਟਰਮ ਹੈ ਉਹ ਬਸ ਉਹ, ਕਿਉਂਕਿ ਐਂਡ ਟਰਮ ਬਾਹਰੋਂ ਆਉਣੇ ਹੁੰਦੇ ਆ, ਉਹ ਐਕਸਟਰਨਲ ਦੇ ਬੇਸ ਹੁੰਦੇ ਆ, ਉਹਨਾਂ 'ਚ ਪਤਾ ਨਹੀਂ ਹੁੰਦਾ ਕੀ ਆਊਗਾ। ਉਹਨਾਂ 'ਚ ਬਸ ਮਤਲਬ ਪਾਸਿੰਗ ਮਾਰਕਸ ਤੋਂ ਉੱਤੇ ਲੈ ਲਏ, ਹਰੇਕ ਦੇ ਪਾਸਿੰਗ ਮਾਰਕਸ ਤੋਂ ਉੱਤੇ ਆਉਂਦੇ ਤਾਂ ਫਿਰ ਮਤਲਬ ਉਹ ਸਹੀ ਹੈ, ਉਹਦੇ ਨਾਲ ਵਧੀਆ CP ਬਣ ਜਾਂਦੀ ਆ। ਮਤਲਬ ਬੱਚੇ ਨੂੰ ਐਡਮਿਸ਼ਨ ਲੈ ਕੇ ਨਾਲ ਪੜ੍ਹਨਾ ਸ਼ੁਰੂ ਕਰ ਦੇਣਾ, ਕਿਉਂਕਿ ਜਿਹੜੇ ਪਹਿਲਾਂ ਪੇਪਰ ਹੋ ਰਹੇ ਆ ਉਹਨਾਂ 'ਚ ਹੀ ਮਾਰਕਸ ਬਣਦੇ ਆ। ਸਿਲੇਬਸ ਰੋਜ਼ ਜਿਵੇਂ ਘੱਟ ਹੁੰਦਾ, ਅਖੀਰ ਤੇ ਜਾਂਦਾ ਤਾਂ ਬਹੁਤ ਬਣ ਵਧੀਆ ਜਾਂਦਾ। ਹੁੰਦਾ। ਤੇ ਉਹ ਫਿਰ ਪੇਪਰ ਵੀ ਐਕਸਟਰਨਲ ਦੇ ਪਾਉਂਦੇ, ਕਿਉਂਕਿ ਆਪਾਂ ਨੂੰ ਜਿਹੜੇ ਟੀਚਰ ਨੇ ਪੜ੍ਹਾਇਆ ਉਹ ਆਪਦੇ ਹਿਸਾਬ 'ਚ ਪੇਪਰ ਪਾਊਗਾ, ਤੇ ਉਹ ਜਿਹੜੇ ਪੜ੍ਹਾਇਆ ਤਾਂ ਉਹ ਤਾਂ ਫਿਰ ਆਪਾਂ ਨੂੰ ਆਉਂਦਾ ਹੀ ਹੋਊਗਾ। ਜਦੋਂ ਐਕਸਟਰਨਲ ਨੇ ਪਾਉਣਾ, ਐਕਸਟਰਨਲ ਨੇ ਆਪਦੇ ਹਿਸਾਬ 'ਚ ਪਾਉਣਾ। ਫਾਈਨਲ ਐਗਜ਼ਾਮ ਐਕਸਟਰਨਲ ਪਾਉਂਦੇ ਨੇ ਕਿ ਆਰਲੀ ਵੀ? ਨਹੀਂ, ਨਹੀਂ ਫਾਈਨਲ ਐਕਸਟਰਨਲ ਨਾਲ ਲਵਾਉਂਦੇ ਆ। ਮਿਡ ਟਰਮ ਹੈ ਉਹ ਸਾਰੇ ਜਿਹੜੇ ਕੋਰਸ ਦੇ ਜਿੰਨੇ ਟੀਚਰ ਹੁੰਦੇ ਆ ਉਹਨਾਂ 'ਚੋਂ ਸਾਰੇ ਰਲ ਕੇ ਪਾਉਂਦੇ ਆ, ਤੇ ਆਰਲੀ ਆਪਣਾ ਟੀਚਰ ਹੀ ਪਾਉਂਦਾ ਜਿਹੜਾ ਆਪਾਂ ਨੂੰ ਪੜ੍ਹਾਉਂਦੇ ਆ। ਠੀਕ ਹੈ। ਹਾਂਜੀ। ਫਿਰ ਕੁਝ ਫ੍ਰੀ ਲੈਕਚਰਸ ਵੀ ਹੁੰਦੇ ਨੇ ਯੂਨੀਵਰਸਿਟੀ ਘੁੰਮਣ ਵਾਸਤੇ ਕਿ ਨਹੀਂ? ਹਾਂਜੀ ਹੁੰਦੇ ਆ, ਫ੍ਰੀ ਲੈਕਚਰ ਵੀ ਹੁੰਦੇ ਆ। ਠੀਕ ਹੈ। ਲੁਧਿਆਣੇ ਤੇ ਕਿਤੇ ਕਿਤੇ ਘੁੰਮੇ? ਤੇ ਹੁਣ ਸਾਰੇ ਕਿਤੇ ਘੁੰਮੇ। ਲੈਕਚਰ ਵੀ ਲਾਉਂਦੇ ਹੋ ਘੁੰਮੇ? ਹਾਂਜੀ ਲੈਕਚਰ ਵੀ ਲਾਈਦੇ ਆ। ਉਹਦੇ ਤੇ ਹੈ ਸਰ ਵੀ ਵਹੀਕਲ ਹੈਗਾ ਸ਼ਾਮ ਨੂੰ ਜਾ ਵੜਦੇ ਆ ਸਰ ਕਲਾਸਾਂ ਜਦੋਂ ਚਾਲੂ। ਉਹੀ ਸਰ ਵਹੀਕਲ ਦੀ ਡਿਪੈਂਡ ਹੈ। ਜੇ ਤਾਂ ਹੁਣ ਆਟੋ ਤੇ ਜਾਵੇ ਕਿੰਨਾ ਘੁੰਮ ਲੂ ਬੰਦਾ, ਆਪਦਾ ਵਹੀਕਲ ਹੈ ਤਾਂ ਥੋੜਾ ਜ਼ਿਆਦਾ ਹੋ ਜਾਂਦਾ। ਬਾਕੀ ਰਾਵਾਂ ਦਾ ਵੀ ਪਤਾ ਲੱਗ ਜਾਂਦਾ, ਨਹੀਂ ਤਾਂ ਆਟੋ ਤੇ ਤਾਂ ਬੰਦਾ ਵਿੱਚ ਬਹਿ ਜਾਂਦਾ, ਜਦੋਂ ਆਪ ਜਾਂਦਾ ਤਾਂ ਪਤਾ ਲੱਗ ਜਾਂਦਾ ਕਿੱਧਰ ਜਾਣਾ। ਬੁੱਕਸ ਵਗੈਰਾ ਲੈਣੀਆਂ ਪੈਂਦੀਆਂ ਨੇ ਕਿ ਨੋਟਸ ਵਗੈਰਾ ਦਿੰਦੇ ਨੇ ਟੀਚਰਸ? ਬੁੱਕਸ ਸਰ ਇਸ਼ੂ ਕਰ ਸਕਦੇ ਲਾਇਬ੍ਰੇਰੀ ਚੋਂ। ਤਾਂ ਲਾਇਬ੍ਰੇਰੀ ਕਿੱਦਾਂ ਦੀ? ਰੀਡਿੰਗ ਰੂਮ ਲਾਇਬ੍ਰੇਰੀ, ਇਹਦੇ ਬਾਰੇ ਥੋੜਾ ਜਿਹਾ ਪਾਓ। ਉਹ ਬਹੁਤ ਵਧੀਆ ਸਰ, ਸਾਰੀ ਰੀਡਿੰਗ ਰੂਮ 24 ਘੰਟੇ ਖੁੱਲ੍ਹਾ ਹੁੰਦਾ, ਮਾਹੌਲ ਬਹੁਤ ਵਧੀਆ ਹੁੰਦਾ। ਉਹ ਏਰੀਆ ਸਾਰਾ ਮਤਲਬ ਉੱਥੇ ਬੈਰੀਗੇਡ ਲੱਗਿਆ, ਉੱਥੇ ਕੋਈ ਰੌਲਾ ਗੋਲਾ ਨਹੀਂ, ਕੁਛ ਨਹੀਂਗਾ। ਤੇ ਜਿਹੜੀ ਲਾਇਬ੍ਰੇਰੀ ਅੰਦਰ ਹੈ ਬੁੱਕਸ ਵਗੈਰਾ ਇਸ਼ੂ, ਉਹਦਾ ਟਾਈਮ ਹੈ ਮੈਨੂੰ ਲੱਗਦਾ 9 ਤੋਂ 5 ਹੀ। ਤੇ ਅੰਦਰ ਲਾਇਬ੍ਰੇਰੀ ਦੀ 8 ਵਜੇ ਤੱਕ ਬੈਠ ਸਕਦੇ ਆਪਾਂ। ਉਸ ਤੋਂ ਬਾਅਦ ਆਪਾਂ ਬਾਹਰ ਰੀਡਿੰਗ ਰੂਮ ਬਣਿਆ, ਉੱਥੇ ਕਰ ਸਕਦੇ reading 3 room। ਫਲੋਰਾਂ ਸਰ। ਰੀਡਿੰਗ ਰੂਮ ਨਹੀਂ, ਰੀਡਿੰਗ ਰੂਮ ਦਾ ਡਾਟਾ ਲਾਇਬ੍ਰੇਰੀ ਦਾ 3 ਫਲੋਰ ਆ। ਲਾਇਬ੍ਰੇਰੀ 'ਚ ਮਤਲਬ ਮੋਸਟ ਆਫ ਦਾ ਬੁੱਕਸ ਮਿਲ ਜਾਂਦੇ ਨੇ ਤੁਹਾਡੇ ਕੋਲ? ਹਾਂਜੀ ਮਿਲ ਜਾਂਦੀ, ਪਰ ਜ਼ਿਆਦਾ ਨੋਟਸ ਵੀ ਪ੍ਰੈਫਰ ਕਰਦੇ, ਕਿਉਂਕਿ ਬੁੱਕਸ ਆਏ ਆ ਨਾ ਫਿਰ ਸਟਰੈਂਥ ਜ਼ਿਆਦਾ ਹੈ, ਉਹਨੇ ਆਪਾਂ ਇਸ਼ੂ ਵੀ ਨਹੀਂ ਕਰਾ ਸਕਦੇ। ਉਹ ਫਿਰ ਬੁੱਕ ਲੈ ਕੇ ਉਹਦੇ ਨੋਟਸ ਜਿਹੜੇ ਆ ਫੋਟੋ ਸਟੇਟ ਕਰਾ ਲੈਂਦੇ ਆ, ਉਹ ਫਿਰ ਉਹ ਨੋਟਸ ਸਰਕੂਲੇਟ ਹੋ ਜਾਂਦੇ ਅੱਗੇ। ਨੋਟਸ ਤੇ ਟੀਚਰਸ ਤੋਂ ਲੈਂਦੇ ਹੋ ਸੀਨੀਅਰਸ ਤੋਂ ਲੈਂਦੇ ਹੋ? ਨਹੀਂ ਸਰ, Teachers ਟੀਚਰਸ ਤੋਂ ਵੀ- PPTs ਭੇਜ ਦਿੰਦੇ ਆ। PPTs ਵੀ ਆ ਜਾਂਦੀਆਂ, ਬੁੱਕ ਦੇ ਨੋਟਸ ਵੀ ਆ ਜਾਂਦੇ ਆ, ਸੀਨੀਅਰ ਦੀ ਗਾਈਡੈਂਸ ਆ ਜਾਂਦੀ ਹੈ ਵੀ ਕਿਵੇਂ ਪੜ੍ਹਨਾ ਹੈ। ਉਹ ਥੋੜਾ ਟੀਚਰ ਦਾ ਵੀ ਦੱਸ ਦਿੰਦੇ ਵੀ ਆਹ ਟੀਚਰ ਐਂ ਪੇਪਰ ਪਾਉਂਦਾ ਜਾਂ ਐਂ ਪਾਉਂਦਾ। ਹੋਰ ਕੋਈ ਇਦਾਂ ਦੀ ਚੀਜ਼ ਜੋ ਤੁਸੀਂ ਯੂਨੀਵਰਸਿਟੀ ਐਡਮਿਸ਼ਨ ਲੈਣ ਤੋਂ ਪਹਿਲਾਂ ਨਾ ਸੋਚੀ ਹੋਵੇ ਪਰ ਯੂਨੀਵਰਸਿਟੀ 'ਚ ਦੇਖਣ ਨੂੰ ਮਿਲੀ ਹੋਵੇ? ਸਰ ਸਾਨੂੰ ਜਿਵੇਂ ਇੰਨਾ ਨਹੀਂ ਸੀਗਾ ਕਿ ਜਿਵੇਂ ਪੜ੍ਹਾਈ ਦਾ ਬੋਝ ਆ, ਇੱਥੇ ਆ ਕੇ ਸਰ ਜਿਵੇਂ ਹੁਣ ਪਤਾ ਚੱਲਦਾ ਜਿਵੇਂ ਪੜ੍ਹਨਾ ਤਾਂ ਬਹੁਤ ਇੱਥੇ ਆ ਕੇ ਜਿਵੇਂ। ਓਕੇ। ਮੇਰੇ ਹਿਸਾਬ ਨਾਲ ਸਰ ਆਏ ਆ ਵੀ ਆਪਾਂ ਇੱਥੇ ਆਏ ਆ ਤਾਂ ਉਹਦਾ ਕੋਈ ਕਾਰਨ ਹੋਣਾ ਚਾਹੀਦਾ, ਤੇ ਉਹਦਾ ਕਾਰਨ ਪੜ੍ਹਾਈ ਹੈ ਇਕੱਲੀ, ਤੇ ਉਹ ਆਪਾਂ ਕਰਾਂਗੇ ਤਾਂ ਵਧੀਆ। ਕਿਉਂਕਿ +2 ਉਹਨਾਂ ਦੇ ਹਿਸਾਬ ਨਾਲ ਤਾਂ ਬਹੁਤ ਥੋੜਾ ਕੰਮ ਹੈ ਇਹ, ਪਰ ਆਪਾਂ ਹਾਲਾਤ ਦੇ ਹਿਸਾਬ 'ਚ ਉਵੇਂ ਹੋ ਜਾਂਦੇ ਆ ਵੀ ਇਹ ਵੀ ਬਹੁਤ ਜ਼ਿਆਦਾ ਲੱਗ ਰਿਹਾ, ਸੋਲ ਹੋ ਜਾਂਦਾ ਬੰਦਾ ਉਵੇਂ। +2 ਤਾਂ ਆਪਾਂ ਐਕਚੁਅਲੀ ਬੇਸ ਹੀ ਬਣਾਇਆ, ਹਾਂ ਬੇਟਿੰਗ ਡਿਗਰੀ ਨਹੀਂ ਬਣਾਣੀ ਹੈ। ਹਾਂਜੀ +2 ਜਿਵੇਂ ਆਇਆ ਹੁੰਦਾ ਨਾ, ਸਿਲੇਬਸ ਜ਼ਿਆਦਾ ਹੁੰਦਾ, ਉਦੋਂ 24 ਘੰਟੇ ਪੜ੍ਹਾਈ ਹੁੰਦੀ ਹੈ। ਇੱਕ ਆਏ ਹੁੰਦਾ ਵੀ ਘਰੇ ਪੇਰੈਂਟਸ ਵੀ ਆ, ਉਹਨਾਂ ਨੇ ਪੜ੍ਹਦਾ ਹੀ ਵੇਖਣਾ ਆਪਾਂ ਨੂੰ। ਇੱਥੇ ਆਏ ਕਲਾਸਿਸ ਵਗੈਰਾ ਸਾਰਾ ਦਿਨ ਲੱਗਦੀਆਂ, ਉਹ ਫਿਰ ਆਪਣੇ 'ਤੇ ਆ
ਉਹ ਫਿਰ ਰੋਜ਼ ਦੀ ਜੇ ਬੰਦਾ ਹੀ ਕਰੀ ਜਾਵੇ ਕੱਲ ਨੂੰ ਫਿਰ ਉਹ ਲੇਟ ਹੋ ਜਾਂਦਾ, ਫਿਰ ਲੱਗਦਾ ਯਾਰ ਬੋਝ ਹੀ ਬਹੁਤ ਹੈ ਇੱਥੇ ਤਾਂ। ਹੋਰ ਕੋਈ ਚੀਜ਼ ਜੋ ਆਪਾਂ ਐਕਸਪੈਕਟ ਕੀਤੀ ਹੋਵੇ ਯੂਨੀਵਰਸਿਟੀ 'ਚ ਨਾ ਮਿਲੀ ਹੋਵੇ ਜਾਂ ਨਾ ਐਕਸਪੈਕਟ ਕੀਤੀ ਹੋਵੇ ਮਿਲ ਗਈ ਹੋਵੇ? ਹਜੇ ਠੀਕ ਤਾਂ ਨਹੀਂ ਸਰ, ਅੱਗੇ ਵੇਖੋ। ਯੂਨੀਵਰਸਿਟੀ ਕੰਟੀਨ ਵਗੈਰਾ ਵਧੀਆ ਸਰ। ਹੋਸਟਲ 'ਚ ਹਰੇਕ ਦੇ ਡਿਪਾਰਟਮੈਂਟ ਦੇ ਨਾਲ ਵੀ ਆ, ਹੋਸਟਲ 'ਚ ਵੀ ਆ ਸਰ। ਕਾਮਨ ਵੀ ਐਨਐਸ ਕੈਫੇ ਦੇ ਮੂਲ ਕਈ ਸਾਰੀਆਂ ਕੰਟੀਨਸ ਨੇ, ਹਾਂਜੀ। ਸਭ ਤੋਂ ਵਧੀਆ ਕਿਹੜੀ ਹੈ? ਨੈਸਕੈਫੇ ਹੁੰਦਾ ਸਰ, ਜਿਵੇਂ ਨੈਸਕੈਫੇ ਦੀ ਆਏ ਸਰ ਆਈਟਮ ਵਗੈਰਾ ਦਾ ਫਰਕ ਹੈ, ਜਿਵੇਂ ਨੈਸਕੈਫੇ ਦੀ ਪੈਟੀ ਵਗੈਰਾ ਵਧੀਆ ਜਾਂ ਮੂਲ ਦੀ ਕੋਲਡ ਕਾਫੀ ਵਗੈਰਾ, ਉਹ ਆਪਣੇ ਬਾਕੀ ਆਪਣੇ ਟੇਸਟ ਤੇ ਹੈ। ਹੋਸਟਲ ਵੀ ਤੁਸੀਂ ਸਾਰੇ ਨੰਬਰਾਂ 'ਚ ਇੱਕ ਵਾਰ ਤਾਂ ਗੇੜਾ ਮਾਰ ਲਿਆ, ਹਾਂਜੀ। ਕਿਹੜਾ ਹੋਸਟਲ ਨੰਬਰ ਵਧੀਆ ਲੱਗਿਆ? ਹੋਸਟਲ ਨੰਬਰ ਸਰ 15 PhD ਵਾਲਿਆਂ ਲਈ ਹੁਣੇ ਬਣਾਇਆ ਜੀ, ਉਹ 4-5 ਸਾਲ ਹੋ ਗਏ ਆ। ਉਹ ਸਰ ਬਹੁਤ ਵਧੀਆ। ਰੋਟੀ ਜੇ ਆਪਾਂ PhD ਦੀ ਓਵਰਆਲ ਕਰੀਏ ਤਾਂ ਉਹਦਾ ਵਧੀਆ ਹੈ ਹੀ ਹੈ, ਤੇ ਜੇ ਸਾਰਿਆਂ ਨਾਲੋਂ ਵਧੀਆ ਕਰੀਏ ਤਾਂ 7 ਨੰਬਰ ਦੀ ਸਾਰਿਆਂ ਨਾਲੋਂ ਵਧੀਆ। ਤੇ ਆਪਾਂ ਕਿਸੇ ਦੂਜੀ ਬਿਲਡਿੰਗ ਤਾਂ ਨਹੀਂ ਜਾ ਸਕਦੇ ਮੈਨੂੰ ਲੱਗਦਾ, ਐਦਾਂ ਮੈਸ ਵਾਸਤੇ ਜਾਂ ਹੋਰ ਵਾਸਤੇ? ਜਿਵੇਂ ਆਇਆ ਸਰ, ਜਿਵੇਂ ਸੰਡੇ ਨੂੰ ਸਾਡੇ ਵਧੀਆ ਨਹੀਂ ਬਣੀ ਹੁੰਦੀ ਤੇ ਉਹ 7 ਨੰਬਰ 'ਚ ਨਾਨ ਬਣੇ ਹੁੰਦੇ ਆ, ਉੱਧਰ ਖਾਇਆ ਹੀ ਹੋਇਆ, ਮਤਲਬ ਨਾਲ ਦੇ ਜਾਣ ਪਛਾਣ ਵਾਲੇ ਹੈਗੇ ਆ। ਹਾਂਜੀ। ਅਟੈਂਡੈਂਸ ਕਿੰਨੀ ਮੈਟਰ ਕਰਦੀ ਹੈ ਯੂਨੀਵਰਸਿਟੀ 'ਚ? 75% ਪ੍ਰੈਕਟੀਕਲ ਲਈ ਤਾਂ ਜਿਵੇਂ ਪ੍ਰੈਕਟੀਕਲ 100 ਹੀ ਚਾਹੀਦੀ ਆ, ਮਤਲਬ ਚਾਹੀਦੀ 100 ਇਨ ਦੀ ਸੈਂਸ, ਕਿਉਂਕਿ ਹਫਤੇ 'ਚ ਇੱਕ ਪ੍ਰੈਕਟੀਕਲ ਆਉਣਾ ਤੇ ਉਹ ਆਪਾਂ ਨੂੰ ਲਾਉਣਾ ਹੀ ਪੈਣਾ। ਜੇ ਇੱਕ ਅੱਧਾ ਛੱਡ ਵੀ ਦਿਓ ਤਾਂ ਚਲੋ ਕੋਈ ਨਹੀਂ, ਪਰ ਪ੍ਰੈਕਟੀਕਲ ਜ਼ਰੂਰੀ ਆ। ਥਿਊਰੀ 'ਚ 75%। ਪਰ ਜਿਵੇਂ ਮਹੀਨੇ 'ਚ ਪ੍ਰੈਕਟੀਕਲ ਜਿਵੇਂ 4 ਚੋਂ 3 ਜ਼ਰੂਰੀ ਆ, ਫਿਰ 75% ਦੇ ਹਿਸਾਬ ਨਾਲ। ਤੇ 75% ਪੂਰੀ ਕਰਨੀ ਕਿੰਨੀ ਔਖੀ ਹੈ, ਕਿੰਨੀ ਸੌਖੀ ਹੈ? ਕਿ ਹੋਈ ਜਾਂਦੀ ਆਰਾਮ ਨਾਲ? ਹੈ ਦਿੱਕਤ ਤਾਂ ਨਹੀਂ, ਇੰਨੀ ਸਾਨੂੰ ਪ੍ਰੋਬਲਮ ਆਈ ਕਿੰਨੀ ਪਰਸੈਂਟ ਚੱਲਦੀ ਤੁਹਾਡੀ? ਸਰ 85-90 ਚੱਲੀ ਜਾਂਦੀ। ਤੁਹਾਡੀ ਮੇਰੀ ਤਾਂ ਪੂਰੀ ਹੋ ਗਈ ਸਰ, 100%? 98-95 ਤਾਂ ਹੋ ਗਈ ਸਰ। क्या बहुत पढ़ते होते हैं? ਨਹੀਂ ਸਰ, ਕਲਾਸ ਲਾ ਲਈ ਦੀ ਜਾ ਕੇ, ਜਿਵੇਂ ਥਿਊਰੀ ਵਾਲੇ ਦਾ ਤਾਂ ਕੰਮ ਸੌਣ ਵਾਲਾ ਹੀ ਹੁੰਦਾ। ਤੁਸੀਂ ਕੀ ਕਰਦੇ ਹੁੰਦੇ ਹੋ ਉੱਥੇ ਟਾਈਮ? ਸੇਮ ਹੋਰ ਕੋਈ ਤਾਂ ਸੇਮ ਸਾਰਾ ਕੁਝ 10% ਕਰਕੇ ਕੱਲੀ ਕੋ ਗੇਮ ਨਾ ਬਣਾਉਣੀ ਹੈ ਸਰ ਨਹੀਂ, ਜਿਵੇਂ ਥਿਊਰੀ ਕਰਕੇ ਘਟਦੀ ਹੋ, ਪ੍ਰੈਕਟੀਕਲ 'ਚ ਤਾਂ ਸਰ ਹਰੇਕ ਪ੍ਰੈਕਟੀਕਲ ਹੋਣ ਤੱਕ ਸਾਰੀਆਂ ਨਹੀਂ ਹੈ। ਥਿਊਰੀ ਤੁਹਾਨੂੰ ਦੱਸਿਆ ਨਾ ਸਰ, ਪੀਪੀਟੀਆਂ ਖੋਲ ਲੈਂਦੇ ਆ, ਫਿਰ ਨੀਂਦ ਆਉਣ ਲੱਗ ਪੈਂਦੀ ਆ। ਉਹ ਵੀ ਆਪਦੇ ਤੇ ਹੀ ਆ ਸਰ, ਜੇ ਤਾਂ ਸੁਣਨਾ ਸੁਣਿਆ, ਉਹ ਨਹੀਂ ਤਾਂ ਨਹੀਂ, ਉਹ ਤਾਂ ਬਹਿ ਕੇ ਮੁੜਨ ਵਾਲਾ ਕੰਮ ਹੀ ਹੁੰਦਾ। ਨਾਲ ਕੋਈ ਤੁਸੀਂ ਕੋਈ ਹੋਰ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਸ਼ੁਰੂ ਕੀਤੀ ਹੈ? ਹਜੇ ਤਾਂ ਸਰ ਜਿਵੇਂ ਪਹਿਲਾ ਸਾਲ ਆ ਤਾਂ ਕਲਾਸ ਵੀ 9 to 5 ਹੁੰਦੀ ਆ, ਫਿਰ NSO ਟਾਈਮ ਹੀ ਨਹੀਂ ਲੱਗਦਾ। ਸਿੱਧੂ ਅੱਗੇ ਜਾ ਕੇ ਪਹਿਲੇ 2 ਸਾਲ ਸਰ ਜੇ ਸੁਣਿਆ ਜਿਹੜਾ ਅਸੀਂ ਉਹਦੇ 'ਚ ਆਏ ਆ, ਪਹਿਲੇ 2 ਸਾਲਾਂ 'ਚ ਘੱਟ ਹੁੰਦਾ ਟਾਈਮ, ਤੀਜੇ ਚੌਥੇ ਸਾਲ 'ਚ ਥੋੜ੍ਹਾ ਜਿਹਾ ਵੱਧ ਜਾਂਦਾ, ਕਿਉਂਕਿ ਉਦੋਂ ਇੱਕ ਤਾਂ ਕੰਪੀਟੀਟਿਵ ਬਾਰੇ ਪਤਾ ਵੀ ਲੱਗਣ ਲੱਗ ਪੈਂਦਾ, ਇੱਕ ਉਦੋਂ ਥੋੜ੍ਹੇ ਜਿਹਾ ਕੋਰਸ ਘੱਟ ਜਾਂਦੇ ਆ, ਮੇਜਰ ਕੋਰਸ ਵਾਹਵਾ ਹੋ ਜਾਂਦੇ ਆ, ਉਦੋਂ ਫਿਰ ਥੋੜ੍ਹਾ ਜਿਹਾ ਬੰਦਾ ਫ੍ਰੀ ਰਹਿਣ ਲੱਗ ਪੈਂਦਾ। ਫ੍ਰੀ ਦਾ ਮਤਲਬ ਉਦੋਂ ਰਿਸਰਚ ਸ਼ੁਰੂ ਹੋ ਜਾਂਦੀ ਆ, ਬੰਦਾ ਫਿਰ ਵੇਖਦਾ ਵੀ ਕੰਪੀਟੀਟਿਵ ਐਗਜ਼ਾਮ ਵਗੈਰੇ ਸਾਰੇ। ਤੇ 4th 'ਚ ਜਾ ਕੇ ਤਾਂ ਫਿਰ ਟ੍ਰੇਨਿੰਗ ਹੀ ਹੁੰਦੀ ਆ, ਤੇ ਉਹ ਉਦੋਂ ਫਿਰ ਹੋਰ ਟਾਈਮ ਮਿਲ ਜਾਂਦਾ। ਹੋਰ ਕੋਈ ਪੁਆਇੰਟ? ਹੋਰ ਤਾਂ ਇਹ ਆ ਸਰ, ਜਿਵੇਂ ਜਿਹੜੇ ਡੇ ਸਕਾਲਰ ਹੁੰਦੇ ਉਹਨਾਂ ਨੂੰ NSS ਫਾਇਦਾ ਦਿੰਦੀ ਆ, ਕਿਉਂਕਿ ਉਹ ਡੇ ਸਕਾਲਰ ਨੇ ਘਰੇ ਜਾਣਾ ਹੁੰਦਾ, ਤੇ NSO ਲੱਗਦੀ ਹੈ ਸ਼ਾਮ ਨੂੰ 6 ਤੋਂ 7, ਫਿਰ ਉਦੋਂ ਬਾਅਦ ਲੇਟ ਹੋ ਜਾਊਗਾ ਉਹ ਰਾਤ ਨੂੰ। NSS ਜਿਵੇਂ ਕਿਤੇ ਹੁੰਦੀ ਹੈ, ਕਿਸੇ ਦਿਨ ਹੁੰਦੀ ਹੈ ਮਹੀਨੇ 'ਚ। ਕੰਪਲਸਰੀ ਹੁੰਦੀ ਹੈ NSS ਜੁਆਇਨ ਕਰਨੀ? ਇਹ ਤਿੰਨਾਂ 'ਚੋਂ ਇੱਕ ਜੁਆਇਨ ਕਰਨਾ ਹੁੰਦਾ, NSS, NSO ਤੇ ਇੱਕ NCC। NCC ਆਰਮੀ ਦਾ ਹੁੰਦਾ, NSS ਹੁੰਦਾ ਮੈਨੇਜਮੈਂਟ, ਜਿਵੇਂ ਸਾਫ ਸਫਾਈ ਵਗੈਰਾ ਕੋਈ ਫੰਕਸ਼ਨ ਵਗੈਰਾ ਉੱਥੇ ਉਹਨਾਂ ਨੂੰ, ਤੇ NS ਹੁੰਦਾ ਸਪੋਰਟਸ ਆਰਗੇਨਾਈਜੇਸ਼ਨ। ਮਿਕਸ ਸਪੋਰਟ NSO 'ਚ ਇੱਕ ਸਪੋਰਟ ਰੱਖਣੀ ਜ਼ਰੂਰੀ ਹੁੰਦੀ ਹੈ ਕੋਈ ਵੀ, ਤੇ ਉਹਦੇ 'ਚ ਵੀ ਅਟੈਂਡੈਂਸ 75% ਚਾਹੀਦੀ ਆ। ਜੇ ਉਹਦੇ 'ਚ 2 ਗ੍ਰੇਡ ਲੱਗਦੇ, ਇੱਕ ਸੈਟਿਸਫਾਈਡ ਤੇ ਇੱਕ US ਅਨਸੈਟਿਸਫਾਈਡ, ਤੇ ਜੇ ਉਹਦੇ 'ਚ ਵੀ US ਲੱਗ ਗਿਆ ਤਾਂ ਮਤਲਬ ਤੁਹਾਡੀ ਡਿਗਰੀ ਨਹੀਂ ਕੰਪਲੀਟ, ਪਹਿਲਾਂ ਉਹ ਪੂਰੀ ਕਰਨੀ ਪਊਗੀ। ਉਹਦੇ 'ਚ ਰੋਜ਼ ਜਾਣਾ ਹੁੰਦਾ ਸ਼ਾਮ ਨੂੰ, ਤੇ ਜੇ ਉਹਦੇ 'ਚ ਵੀ 75% ਤੋਂ ਘੱਟ ਗਈ ਟਾਈਮ, ਹਰ ਰੋਜ਼ ਜਾਣਾ ਹੁੰਦਾ? ਨਹੀਂ ਸਰ, ਜਿਵੇਂ 75% ਦੇ ਹਿਸਾਬ ਨਾਲ ਅਟੈਂਡੈਂਸ ਜ਼ਰੂਰ ਚਾਹੀਦੀ। ਹਰ ਸਮੈਸਟਰ ਜਾਊਗਾ ਇਹ ਸਬਜੈਕਟ? ਇਹ 4 ਸੈਮ ਹੁੰਦਾ ਸਰ, 4 ਸੈਮ ਪਹਿਲੇ 2 ਸਾਲ। ਤੇ ਇਹ ਰੋਜ਼ ਲੈਕਚਰ ਹੁੰਦਾ? ਮਤਲਬ ਰੋਜ਼ ਲੈਕਚਰ ਨਹੀਂ ਹੁੰਦਾ ਸਰ, ਜਿਵੇਂ ਸ਼ਾਮ ਲੈਕਚਰ ਨਹੀਂ ਇਹਦਾ ਕੋਈ ਸਰ, ਜੇ ਆਪਾਂ ਖੇਡਣਾ ਜਾ ਕੇ ਕੋਈ ਗੇਮ ਆ, ਉਹਦੇ ਉਹਨਾਂ ਨੇ ਪਹਿਲਾਂ ਵਾਰਮ ਅਪ ਵਗੈਰਾ ਸਾਰਾ ਕੁਝ ਅਟੈਂਡੈਂਸ ਵਗੈਰਾ ਲੱਗੇਗੀ ਨਾ? ਹਾਂਜੀ, ਉਹ ਰੋਜ਼ ਲੱਗਦੀ ਹੈ ਕਿ ਹਫਤੇ 'ਚ ਕੁਝ ਦਿਨ ਹੁੰਦੀ ਹੈ? ਹਫਤੇ 5 ਦਿਨ ਬਸ, ਉਹੀ ਵਰਕਿੰਗ ਡੇਜ਼। ਸਰ ਤਾਂ ਰੋਜ਼ ਆਉਂਦੇ ਜਿਵੇਂ। ਤੁਸੀਂ ਕੀ ਲਿਆ ਇਹਨਾਂ ਚੋਂ? NSO ਦੋਨੋਂ ਨਹੀਂ NSO? ਅਸੀਂ ਤਾਂ ਫਿਰ ਹੋਸਟਲ ਕਰਕੇ। ਕਿਹੜੀ ਗੇਮ ਲਈ ਹੈ ਫਿਰ? ਫੁੱਟਬਾਲ। ਹਾਏ ਤਾਂ ਕਿਹੜਾ ਸਰ ਟੇਬਲ ਟੈਨਿਸ ਲਈਏ, ਕਿਉਂਕਿ ਸਾਡਾ ਹੁਣ ਸ਼ੁਰੂ ਹੋਇਆ ਜੇ ਟਾਈਮ ਹੀ ਨਹੀਂ ਲੱਗਦਾ ਸੀਗਾ,
ਤੇ ਪਰ ਹੁਣ ਰੱਖਾਂਗੇ ਕੋਈ ਗਾਂ ਸਪੋਰਟਸ ਥੋੜਾ ਜਿਹਾ ਜਦੋਂ ਸਹੀ ਹੋ ਜਾਊਗਾ ਕੰਮ। ਵਧੀਆ ਖੇਡਿਆ ਯੂਨੀਵਰਸਿਟੀ ਲੈਵਲ ਤੇ ਕਿਤੇ? ਹਾਂਜੀ ਠੀਕ ਹੈ, ਮਤਲਬ ਡੇ ਸਕਾਲਰਸ ਦੇ ਲਈ ਐਨਐਸਐਸ ਬੈਟਰ ਹੈ। ਹਾਂਜੀ ਠੀਕ ਹੈ। ਤੁਹਾਨੂੰ ਐਗਰੀਕਲਚਰ ਚ ਵੀ ਤੇ ਹਾਰਟੀਕਲਚਰ ਚ ਵੀ ਆਪਣੇ ਸਨੀ ਕੋਚਿੰਗ ਕਲਾਸਿਸ ਤੋਂ ਸਟੂਡੈਂਟ ਕਿੰਨੇ ਕੁ ਮਿਲਦੇ ਨੇ, ਕਿਉਂਕਿ ਤੁਸੀਂ ਵੀ ਆਪਣੇ ਤੋਂ ਕੋਚਿੰਗ ਲੈ ਕੇ ਗਏ ਹੋਏ ਹੋ, ਤੇ ਹੋਰ ਉੱਥੇ ਆਪਣੇ ਨਾਲ ਦੇ ਸਾਥੀ ਕਿੰਨੇ ਕੁ ਮਿਲਦੇ ਨੇ? ਕਾਫੀ ਨੇ ਸਰ, ਮੇਰੇ ਨਾਲ ਤਾਂ ਮੇਰੀ ਕਲਾਸ 'ਚ ਵੀ ਬਹੁਤ ਨੇ, ਬਾਕੀ ਦੂਜੇ ਸੈਕਸ਼ਨਾਂ 'ਚ ਵੀ ਹੈਗੇ ਆ। ਸਰ ਮੇਰੇ ਵਾਲੇ 'ਚ ਵੀ ਵਾਹਵਾ ਹੈ ਤੇ ਬਾਕੀ ਸਰ ਫੂਡ ਟੈਕ ਬਾਇਓਟੈਕ ਵਿੱਚ ਮੈਂ ਤਾਂ ਬਹੁਤ ਸੀ। ਠੀਕ ਹੈ, ਠੀਕ ਹੈ। ਹੋਰ ਕੋਈ ਗਿਆਨ ਦੀ ਗੱਲ? ਅਸਲ ਰੀਡਿੰਗਾਂ ਲੈ ਲਿਆ ਸਰ ਜਾ ਕੇ। ਚਲੋ ਠੀਕ ਹੈ, ਹੁਣ ਵੀ ਇਹਨਾਂ ਨੂੰ ਕੋਈ ਲੈਕਚਰ ਵਗੈਰਾ ਯਾਦ ਆ ਰਿਹਾ ਸ਼ਾਇਦ। ਚਲੋ ਠੀਕ ਹੈ, ਐਨੀਵੇ ਥੈਂਕ ਯੂ। ਤੁਸੀਂ ਲਗਭਗ ਹੁਣ ਮੈਨੂੰ ਲੱਗਦਾ 7-8 ਮਹੀਨੇ 10 ਮਹੀਨੇ ਹੋ ਚੱਲੇ ਆਪਾਂ ਨੂੰ ਮਿਲਿਆ ਨੂੰ। ਫਸਟ ਈਅਰ ਤੋਂ ਬਾਅਦ ਮਿਲ ਰਹੇ ਹਾਂ। ਲਾਸਟ ਆਪਾਂ CET ਦੇ ਰਿਜ਼ਲਟ ਤੇ ਮਿਲੇ ਸੀ ਮੈਨੂੰ ਲੱਗਦਾ ਹੈ। ਹਾਂਜੀ ਠੀਕ ਹੈ, ਚਲੋ ਬਹੁਤ ਵਧੀਆ। ਇਹਨਾਂ ਦੇ ਵੈਸੇ ਐਕਸਪੀਰੀਅੰਸ ਦੀ ਵੀਡੀਓ ਅਲੱਗ ਆਪਾਂ ਪਾਈ ਹੋਈ ਹੈ, ਉਹ ਲਿੰਕ ਮਿਲ ਜਾਏਗਾ ਤੁਹਾਨੂੰ, ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ ਉਮੀਦ ਕਰਦੇ ਹਾਂ ਕਿ ਆਪਾਂ ਫਿਰ ਮਿਲਾਂਗੇ। ਹੋਰ ਤੁਸੀਂ ਥੋੜਾ ਐਕਸਪੀਰੀਅੰਸ ਇਕੱਠਾ ਕਰ ਲਓ, ਮੇਬੀ ਨੈਕਸਟ ਈਅਰ ਮੇਬੀ ਜਦੋਂ ਵੀ, ਫਿਰ ਆਪਾਂ ਫਿਰ ਹੋਰ ਐਕਸਪੀਰੀਅੰਸ ਇਹਦੇ ਚ ਐਡ ਕਰਾਂਗੇ ਕਦੇ ਨਾ ਕਦੇ। ਹਾਂਜੀ ਠੀਕ ਹੈ, ਚਲੋ ਥੈਂਕ ਯੂ ਫॉर गिविंग योर टाइम। ऑल द वेरी बेस्ट फॉर योर फ्यूचर। थैंक यू। ਥੈਂਕ ਯੂ ਸਰ।